नदी तरंदड़ी मैडा खोज ना खुंबै, मंज मोहब्बत तेरी तौ शै चरणी, मैडा ही अरासी तम, हर नानक तुलहा बेड़ी। जिन्हां दे संदड़ियां दुरमत वइयां, मित्र साडड़े सई, हां टूंडेंदी जग सवाया, जन नानक विरले कई बेशुमार अथाह, अगनत अतुल ज्यों बुलावो, त्यों नानक दास बोले ज्ञान ध्यान, किछ कर्म ना जाना सार ना जाना तेरी, सब ते वड्डा सतगुर नानक, जिन कल राखी मेरी। सतनाम वाहिगुरु साहिब जीओ। सारंग महला पंजवा, अन दिन राम के गुण कहिए, सगल पदारथ सर्ब सुख सिद्ध, मन बाचत फल लहिए रहाऊ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਸਾਰੇ ਹੀ ਵਡਭਾਗੇ ਹੋ ਔਰ ਆਪ ਸਾਰਿਆਂ ਦੇ ਚਰਨਾਂ ਸਦਕੇ ਅਸੀਂ ਵਡਭਾਗੇ ਹਾਂ ਕਿ ਆਪ ਸੰਗਤਾਂ ਦੇ ਚਰਨ ਪਰਸਨ ਦਾ ਸੁਭਾਗ ਸਤਿਗੁਰੂ ਜੀ ਨੇ ਇਸ ਮੁਕੱਦਸ ਸਥਾਨ ਤੇ ਬਖਸ਼ਿਆ ਹੈ। ਬਖਸ਼ੋ ਅਸੀਸ, सिर ते मेर भरिया हथ रखो दास ते भाई साहब ते, ताकि आप संगतां दी सेवा शब्द विचार राही कर सकीए। कोई भी रसना विरवी ना रहेगा जो अच के गुरु बख्शी फतेह सांझी करो। आखो जी वाहिगुरु जी का खालसा वाहिगुरु जी की फतेह। धन गुरु अर्जुन साहब महाराज जी शब्द दे विच दो अवस्थावां दा बहुत सूक्ष्म बड़ा भेद भाव भेदमई बिंबमई ये वर्णन करते ने, खुले तौर पर नहीं है, बड़ा सूक्ष्म है। जे गुरु कृपा करे तो पकड़ विच आए कि दो तरह के मन ने, भाव दो तरह दियां बिरतियां ने नाम जपण दियां। एक तो प्रभु के नाम नूं जपण वास्ते असी इसलिए प्रभु के दर ते पहुंचते हाँ, पढ़ते हाँ, ताकि साडे दुख रोग संताप ते कल्पना या मनोकामनावां पूर्ण हो जाण। ओदा जिक्र सतगुरु जी ने कहा, ठीक है भाई, तुसी रात दिन प्रभु की बंदगी करो, जो मन की इच्छा है वो पूर्ण होएगी, आनंद मिलेगा। पर सच्चे पातशाह जी ने इत्थे अन दिन प्रभु के गुणा का जिक्र किया, नाल ये भी कहा कि सारे दुख रोग सब मिटणगे, सारे पदार्थों की प्राप्ति भी होएगी। पर अगे जाके सतगुरु जी ने भगत जन, संत जन ते साध जन, उन्हां दी मंग का भी जिक्र किया है कि फर्क कितना है एक आम इंसान की मंग रब कोलों ते भगत की मंग का। रहाओ दी तुक दा जिहड़ा सिरलेख है, अन दिन राम के गुण कही है कि रात दिन भावें वो आम है ते भावें वो भगत है, उन्हें जपना है। सगल पदार्थ सर्ब सुख सिद्ध, मन बांछत फल लही है। सारे पदार्थ सारे तरह के सुख ते हर तरह की जित, सिद्ध का मतलब हर तरह की फतेह आबी ते मन के इच्छित फलों की प्राप्ति होती है। ये कोई दो राह नहीं है। ये सच है, बाणी की बरकत है, बाणी की बख्शिश है, बाणी की तफैलिश है, गुरु की कृपा है कि जे कोई इस मार्ग ते आउंदा है, जो मांगे ठाकुर अपने ते सोई सोई देवे दा, उन्होंने विश्वास मिलता है। इत्थे आके इस मार्ग ते उन्होंने पता लगता है
कि अपने मन ਨੂੰ ਟਿਕਾ ਤੇ ਰੱਬ ਤੇਰੇ ਕਾਰਜ ਸਵਾਰੇਗਾ। ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਇੱਥੇ ਮਹਾਰਾਜ ਕਹਿੰਦੇ ਆ ਜਿਨ੍ਹਾਂ ਦਾ ਮਨ ਸੰਤ ਜਨਾਂ ਦੀ ਰੇਣੂਕਾ ਹੋ ਗਿਆ, ਤੇ ਜਿਹੜਾ ਸੰਤ ਜਨਾਂ ਕੀ ਰੇਣੂਕਾ ਹੋ ਗਿਆ ਉਹ ਆਪ ਹੀ ਸੰਤ ਹੋ ਗਿਆ, ਤੇ ਉਹਦੇ ਕਾਰਜ ਫਿਰ ਰੱਬ ਆਪ ਹੀ ਸਵਾਰਦਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ। ਖਲੋਣਾ ਮਤਲਬ ਕਿ ਰੱਬ ਹਾਜ਼ਰ ਹੀ ਹੈ। ਫਿਰ ਇਹ ਨਹੀਂ ਕਿ ਇੱਥੇ ਆਏ ਮੰਗਿਆ ਔਰ ਚਲੇ ਗਏ ਤੇ ਬਾਅਦ ਪਦਾਰਥਾਂ ਦੇ ਵਿੱਚ ਗਵਾਚ ਗਏ ਜਾਂ ਉਹਨਾਂ ਪਦਾਰਥਾਂ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਨੂੰ ਭੁੱਲ ਗਏ। ਨਹੀਂ, ਸੰਤ ਜਨਾਂ ਦੀ ਪਦਾਰਥਾਂ ਦੀ ਪ੍ਰਾਪਤੀ ਦੇ ਵਿੱਚ ਇਹ ਭੇਤ ਹੁੰਦਾ ਹੈ ਕਿ ਉਹਨਾਂ ਦੀ ਪ੍ਰਾਪਤੀ ਦੇ ਵਿੱਚ ਰੱਬ ਆਪ ਹਾਜ਼ਰ ਨਾਜ਼ਰ ਹੁੰਦਾ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਸੰਤ ਜਨ ਜਿਹੜੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਤੇ ਸਤਿਗੁਰੂ ਜੀ ਹੁਣ ਇਸ ਅਵਸਥਾ ਦੇ ਵਿੱਚ ਉਸ ਐਸੀ ਮਨ ਦੀ ਪ੍ਰੀਤ ਨੂੰ ਬਿਆਨ ਕਰ ਰਿਹਾ ਜਿਹੜੇ ਰਾਤ ਵੀ ਤੇ ਦਿਨ ਵੀ ਪ੍ਰਭੂ ਦੇ ਸਿਮਰਨ ਵਿੱਚ ਜੁੜਦੇ ਨੇ। ਹੁਣ ਦੱਸੋ ਸਤਿਗੁਰੂ ਜੀ ਜਿਹੜੇ ਆਪ ਜੀ ਦੇ ਸੰਤ ਪਿਆਰੇ ਨੇ ਉਹ ਕਿਹੜੀ ਮੰਗ ਰੱਖਦੇ ਨੇ? ਸਰਵਣ ਕਰੋ ਜੀ। ਆਵੋ ਸੰਤ ਪ੍ਰਾਨ ਸੁਖ ਦਾਤੇ, ਸਿਮਰੈ ਪ੍ਰਭ ਅਬਿਨਾਸੀ। ਅਨਾਥ ਹੈ ਨਾਥ ਦੀਨ ਦੁਖ ਭੰਜਨ, ਪੂਰ ਰਹਿਓ ਘਟ ਵਾਸੀ। ਹੁਣ ਇੱਥੇ ਸੰਗਤਾਂ ਦੀ ਗੱਲ ਕੀਤੀ, ਉਹਨਾਂ ਸੰਤਾਂ ਸਾਧਾਂ ਦੀ ਜਿਹੜੇ ਮਨ ਨੂੰ ਸਾਧਣ ਲਈ ਤੁਰ ਪਏ। ਆਵੋ ਸੰਤ ਪ੍ਰਾਣ ਸੁਖ ਦਾਤੇ, ਸਿਮਰਹਿ ਪ੍ਰਭ ਅਬਿਨਾਸ਼ੀ। ਤੁਸੀਂ ਪ੍ਰਭੂ ਨੂੰ ਅਬਿਨਾਸ਼ੀ ਨੂੰ ਸਿਮਰਨ ਆਇਓ, ਤੁਹਾਨੂੰ ਬਹੁਤ ਮੁਬਾਰਕ ਹੈ। ਅਨਾਥਾ ਹੈ ਨਾਥ ਦੀਨ ਦੁਖ ਭੰਜਨ, ਪੂਰ ਰਹਿਓ ਘਟ ਵਾਸੀ। ਭਗਤ ਕਹਿੰਦੇ, ਸੰਤ ਕਹਿੰਦੇ ਸਾਨੂੰ ਪਦਾਰਥਾਂ ਦੀ ਭੁੱਖ ਨਹੀਂ ਹੈ, ਸਾਨੂੰ ਸੁੱਖਾਂ ਦੀ ਭੁੱਖ ਨਹੀਂ ਹੈ, ਨਾ ਹੀ ਸਾਨੂੰ ਹਰ ਤਰ੍ਹਾਂ ਦੀ, ਜਿਹਨੂੰ ਸਤਿਗੁਰੂ ਜੀ ਕਹਿੰਦੇ ਨਾ ਸਰਬ ਸੁਖ ਸਿੱਧ, ਇਹ ਵੀ ਨਹੀਂ ਚਾਹੀਦਾ। ਭਾਈ ਇਹ ਤੇ ਗੱਲਾਂ ਬਾਤ ਦੀਆਂ, ਪਹਿਲਾਂ ਤੇ ਅਸੀਂ ਅਨਾਥ ਹੈਗੇ ਹਾਂ, ਪਹਿਲਾਂ ਤੇ ਅਸੀਂ ਦੀਨ ਹੈਗੇ ਹਾਂ। ਸਾਡੇ ਤੇ ਸਤਿਗੁਰੂ ਨੇ ਐਸਾ ਤਰਸ ਕੀਤਾ ਕਿ ਸਾਡੇ ਤੇ ਨਾਮ ਦੀ ਤਫੈਲਿਸ਼, ਨਾਮ ਦੀ ਬਰਕਤ ਕਰਕੇ ਸਾਨੂੰ ਆਪਣਾ ਬਣਾ ਲਿਆ, ਨਹੀਂ ਤੇ ਸਾਨੂੰ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾ। ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਚੱਲਦੇ ਨੇ, ਔਰ ਇਹਨਾਂ ਦਿਨਾਂ ਦੇ ਵਿੱਚ ਕੁਦਰਤੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਹੈ ਕਿ ਪੜਨ ਦਾ ਬੜਾ ਸੁਭਾਗ ਸਤਿਗੁਰੂ ਜੀ ਬਖਸ਼ਦੇ ਨੇ। ਆਪ ਸੰਗਤਾਂ ਦੇ ਚਰਨਾਂ ਦੇ ਸਦਕੇ ਇਹ ਕਾਰਜ ਸਿੱਧ ਹੁੰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਫਾਇਦੁਲ ਫਯਾਦ ਇੱਕ ਕਿਤਾਬ ਹੈ, ਵੈਸੇ 1308 ਦੀ ਲਿਖਤ ਹੈ, ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਲਿਖੀ ਹੋਈ ਇਹ ਰਾਈਟਿੰਗ ਹੈ, ਮੈਨੂਸਕ੍ਰਿਪਟ ਹੈ, ਅਰੇਬਿਕ ਦੇ ਵਿੱਚ। ਕਿਉਂਕਿ ਬਾਬਾ ਸ਼ੇਖ ਫਰੀਦ ਜੀ ਜਿਹੜੀ ਪਰੰਪਰਾ ਦੇ ਵਿੱਚੋਂ ਆਏ ਨੇ, ਉਹ ਪਰੰਪਰਾ ਹੈ ਚਿਸ਼ਤੀ ਪਰੰਪਰਾ, ਜਿਹਨੂੰ ਖਾਸ ਕਰਕੇ ਫਕੀਰੀ ਪਰੰਪਰਾ ਆਖਿਆ ਜਾਂਦਾ ਹੈ। ਔਰ ਇਹਦੇ ਵਿੱਚ ਬੜੀ ਸਾਰੀਆਂ ਪਰੰਪਰਾ ਨੇ। ਚਿਸ਼ਤੀ ਪਰੰਪਰਾ ਹੈ, ਸੁਰਹਾਵਾਦੀ ਪਰੰਪਰਾ ਹੈ, ਕੁਰੈਸ਼ੀ ਹੈ, ਨਕਸ਼ਬੰਦੀ ਹੈ, ਬੜੀਆਂ ਪਰੰਪਰਾਵਾਂ ਨੇ। ਇਹਦੀ ਇੱਕ ਵੱਖਰਾ ਵਿਸ਼ਾ ਹੈ। ਚਿਸ਼ਤੀ ਪਰੰਪਰਾ ਦੇ ਵਿੱਚੋਂ ਬਾਬਾ ਸ਼ੇਖ ਫਰੀਦ ਜੀ ਨੇ, ਸੂਫੀ ਪਰੰਪਰਾ ਦੀ। ਔਰ ਬਾਬਾ ਸ਼ੇਖ ਫਰੀਦ ਜੀ ਹਜ਼ਰਤ ਕੁਤੁਬਦੀਨ ਬਖਤਿਆਰ ਕਾਕੀ ਦੇ ਸ਼ਾਗਿਰਦ ਨੇ। ਇਧਰੋਂ ਉਹਨਾਂ ਨੇ ਰੱਬ ਦੀ ਬੰਦਗੀ ਪ੍ਰਾਪਤ ਕੀਤੀ। ਫਿਰ ਬਾਬਾ ਸ਼ੇਖ ਫਰੀਦ ਤੋਂ ਬਾਅਦ ਜਿਹੜਾ ਇਹਨਾਂ ਦੀ ਗੱਦੀ ਤੇ ਬੈਠਾ, ਉਹ ਬੈਠਿਆ ਹਜ਼ਰਤ ਨਿਜ਼ਾਮੁਦੀਨ ਔਲੀਆ। ਉਸ ਤੋਂ ਬਾਅਦ ਇਹ ਪਰੰਪਰਾ ਚਲੀ ਸਾਰੀ, ਤੇ 11ਵੀਂ ਪਰੰਪਰਾ ਤੱਕ ਜਦ ਸ਼ੇਖ ਬ੍ਰਹਮ ਬੈਠਾ ਸੀ ਬਾਬਾ ਸ਼ੇਖ ਫਰੀਦ ਜੀ ਦੀ ਗੱਦੀ ਤੇ, ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਉਹਨਾਂ ਤੋਂ ਲੈ ਕੇ ਆਏ। ਔਰ ਇਹਦਾ ਜ਼ਿਕਰ ਬੜਾ ਆਥੈਂਟਿਕ ਰਿਸੋਰਸ ਹੈ ਸਾਡੇ ਸਿੱਖ ਜਗਤ ਦਾ। ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਕਟਾਏ, ਉਹਨਾਂ ਦੀ ਆਪਣੀ ਲਿਖੀ ਹੋਈ ਜਨਮ ਸਾਖੀ ਹੈ, ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ। ਉਹਦੇ ਵਿੱਚ ਇਹ ਜ਼ਿਕਰ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਪਾਕਪਟਨ ਵਿੱਚ ਜਾ ਕੇ ਤੇ ਬਾਬਾ ਸ਼ੇਖ ਫਰੀਦ ਦੀ ਬਾਣੀ ਸ਼ੇਖ ਬ੍ਰਹਮ ਤੋਂ ਲੈ ਕੇ ਆਏ, ਜਿਹੜਾ ਸ਼ੇਖ ਫਰੀਦ 11ਵਾਂ ਹੈ। ਖੈਰ ਸੁਲਾਇਕ, ਉਹਦੇ ਵਿੱਚ ਮੈਂ ਕਿਤਾਬ ਦਾ ਜ਼ਿਕਰ ਕੀਤਾ, ਫਾਇਦੁਲ ਅਲ ਫਯਾਦ। ਇਹਦੇ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਹੀ ਸਾਰੀਆਂ ਬਾਤਾਂ ਲਿਖੀਆਂ ਹੋਈਆਂ ਜੋ ਹਜ਼ਰਤ ਨਿਜ਼ਾਮੁਦੀਨ ਨੇ ਆਪਣੇ ਅੱਖਾਂ ਤੋਂ ਦੇਖੀਆਂ ਬਾਬਾ ਸ਼ੇਖ ਫਰੀਦ ਬਾਰੇ। 1173 ਦੇ ਬਾਬਾ ਸ਼ੇਖ ਫਰੀਦ ਜੀ ਦਾ ਆਮਦ ਹੈ ਪਾਕਪਟਨ। ਦਿੱਲੀ ਵੀ ਰਹੇ, ਅਜਮੇਰ ਸ਼ਰੀਫ ਵੀ ਰਹੇ, ਹਿਸਾਰ ਦੀ ਧਰਤੀ ਦੇ 19-20 ਸਾਲ ਰਹੇ, ਅਬਹੋਰ ਵਰਗੇ ਪੰਜਾਬ ਕੁਝ ਇਲਾਕਿਆਂ ਦੇ ਵਿੱਚ। ਵੈਸੇ ਤੇ ਉਹਨਾਂ ਦਾ ਨਿੱਜੀ ਸਥਾਨ ਪਾਕਪਟਨ ਹੈ। ਉੱਥੇ ਜ਼ਿਕਰ ਕੀਤਾ ਕਿ ਇੱਕ ਦਿਨ ਉਸੀ ਕਿਤਾਬ, ਕਿਉਂਕਿ ਬਾਬਾ ਸ਼ੇਖ ਫਰੀਦ ਜੀ ਦੇ ਬਾਬਤ ਇੰਨੀ ਜ਼ਿਆਦਾ ਮਨ ਘੜਤ ਕਹਾਣੀਆਂ ਤੇ ਇੰਨੀ ਜ਼ਿਆਦਾ ਸਾਖੀਆਂ ਦੇ ਨਾਮ ਤੇ ਗੱਲਾਂ ਪ੍ਰਚਲਿਤ ਨੇ ਜਿਹੜੀਆਂ ਪਤਾ ਹੀ ਨਹੀਂ ਕਿੱਥੋਂ ਆ ਗਈਆਂ।
ਇਸ ਕਰਕੇ ਦਾਸ ਸੂਰ ਸੇ ਵਰਤ ਰਿਹਾ। ਉਹਦੇ ਵਿੱਚ ਇੱਕ ਛੋਟਾ ਜਿਹਾ ਜ਼ਿਕਰ ਸੀ। ਇੱਕ ਦਿਨ ਕੋਈ ਬਾਬਾ ਸ਼ੇਖ ਫਰੀਦ ਜੀ ਕੋਲ ਆਇਆ, ਕੋਈ ਬਹੁਤ ਸਤਾਇਆ ਹੋਇਆ, ਤੇ ਉਹ ਕਹਿੰਦਾ ਮੈਂ ਬੜਾ ਦੁਖੀ ਹਾਂ, ਮੇਰੇ ਕੋਲ ਧਨ ਪਦਾਰਥ ਸੰਪਦਾ ਵੀ ਘੱਟ ਹੈ ਤੇ ਦੁੱਖ ਵੀ ਬਹੁਤ ਨੇ, ਇਹਦਾ ਨਿਜਾਤ ਦਿਵਾਓ ਮੈਨੂੰ, ਮੈਂ ਇਸ ਤੋਂ ਕਿਵੇਂ ਬਚਾਂ। ਤੇ ਬਾਬਾ ਸ਼ੇਖ ਫਰੀਦ ਨੇ ਉਹਨੂੰ ਸਹਿਜ ਹੀ ਕਹਿਤਾ, ਕਹਿੰਦੇ ਚੱਲ ਤੂੰ ਇੱਕ ਕੰਮ ਕਰੀ, ਕੱਲ ਤੋਂ ਤੂੰ ਸੂਰਾ ਔਰ ਖਾਸ ਕਰਕੇ ਜਿਹੜਾ ਸ਼ਨੀਵਾਰ ਦੇ ਦਿਨ ਦੀ ਇੱਕ ਖਾਸ ਨਮਾਜ਼ ਪੜ੍ਹੀ ਜਾਂਦੀ ਹੈ, ਤੂੰ ਇਹ ਰੋਜ਼ ਪੜ੍ਹੀ ਜਾ। ਉਹਦਾ ਨਾਮ ਹੈ ਸੂਰਾ ਜੁਮਾ ਇਹ ਨਮਾਜ਼, ਇਹ ਤੂੰ ਰੋਜ਼ ਪੜ੍ਹ। ਉਹ ਕਹਿੰਦਾ ਸ਼ੁੱਕਰਵਾਰ ਵਾਲੇ ਦਿਨ, ਕਹਿੰਦੇ ਨਹੀਂ ਰੋਜ਼ ਪੜ੍ਹ। ਕਹਿੰਦੇ ਠੀਕ ਹੈ। ਉਹ ਉੱਠ ਕੇ ਚਲਾ ਗਿਆ। ਤੇ ਹਜ਼ਰਤ ਨਿਜ਼ਾਮੁਦੀਨ ਕਹਿੰਦੇ ਮੈਂ ਬਾਬਾ ਫਰੀਦ ਨੂੰ ਪੁੱਛਿਆ ਕਿ ਇਹ ਤੁਸੀਂ ਉਹਨੂੰ ਦੱਸ ਦਿੱਤਾ, ਪਰ ਇਹ ਕਦੀ ਮੈਂ ਤੁਹਾਨੂੰ ਪੜ੍ਹਦੇ ਹੋਏ ਨਹੀਂ ਵੇਖਿਆ ਕਿ ਤੁਸੀਂ ਰੋਜ਼ ਪੜ੍ਹ ਰਹੇ ਹੋ। ਤੇ ਬਾਬਾ ਸ਼ੇਖ ਫਰੀਦ ਨੇ ਬੜਾ ਕਮਾਲ ਦਾ ਉੱਤਰ ਦਿੱਤਾ, ਕਹਿੰਦਾ ਮੈਂ ਇਹ ਬੋਲ ਸਕਦਾ, ਦੁਨੀਆ ਨੂੰ ਦੇ ਸਕਦਾ, ਪਰ ਮੈਂ ਇਹ ਆਪ ਨਹੀਂ ਕਰਾਂਗਾ। ਕਿਉਂ? ਕਹਿੰਦੇ ਇਹਦੇ ਵਿੱਚ ਤੇ ਫਰੀਦ ਵਿੱਚ ਬੜਾ ਫਰਕ ਹੈ। ਇਹਨੂੰ ਰੱਬ ਦੀ ਰਜ਼ਾ ਦਾ ਨਹੀਂ ਪਤਾ, ਫਰੀਦ ਨੂੰ ਰੱਬ ਦੀ ਰਜ਼ਾ ਦਾ ਪਤਾ ਹੈ। ਮੈਂ ਕਦੀ ਵੀ ਇਹ ਕੰਮ ਨਹੀਂ ਕਰਾਂਗਾ ਜਿਹੜੀ ਰੱਬ ਦੀ ਰਜ਼ਾ ਤੋਂ ਬਾਹਰ ਜਾਏ। ਰੱਬ ਮੈਨੂੰ ਭਾਵੇਂ ਦੁੱਖਾਂ 'ਚ ਰੱਖੇ ਤੇ ਭਾਵੇਂ ਸੁੱਖਾਂ 'ਚ ਰੱਖੇ, ਮੈਂ ਕਦੀ ਕੋਈ ਐਸੀ ਨਮਾਜ਼ ਨਹੀਂ ਖਾਸ ਪੜਾਂਗਾ ਜਿਹਦੇ ਰਾਹੀਂ ਮੈਂ ਖੁਦਾ ਦੀ ਖੁਸ਼ੀ ਮੈਂ ਕਿਸੇ ਹੋਰ ਰੂਪ 'ਚ ਲਵਾਂ। ਨਹੀਂ, ਬੜੀ ਸੂਖਸ਼ਮ ਗੱਲ ਉਹਦੇ ਵਿੱਚ ਲਿਖੀ ਹੈ। ਕਹਿੰਦੇ ਇਹ ਦੁਨੀਆ ਦੇ ਲਈ ਹੈ, ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਏ। ਉੱਤੇ ਵਾਲੀ ਗੱਲ ਗੁਰੂ ਅਰਜੁਨ ਸਾਹਿਬ ਰਹਾਉ ਦੇ ਵਿੱਚ ਕਹਿੰਦੇ ਇਹ ਹੈ ਦੁਨੀਆ ਦੇ ਲੋਕਾਂ ਲਈ, ਪਰ ਜਿਹੜੇ ਸੰਤ ਜਨ ਭਗਤ ਜਨ ਹੈ ਉਹ ਤੇ ਕਹਿੰਦੇ ਆ ਕਿ ਸਾਨੂੰ ਰੁਲਦਿਆਂ ਨੂੰ ਬਾਂਹ ਫੜ ਲਿਆ ਤੇ ਮੈਂ ਹੋਰ ਕੀ ਗੱਲ ਸੱਚੇ ਪਾਤਸ਼ਾਹ ਤੁਹਾਡੇ ਤੋਂ ਮੰਗਾ, ਹੁਣ ਤੁਸੀਂ ਜਿਵੇਂ ਮਰਜ਼ੀ ਰੱਖੋ। ਅਬ ਹਮ ਚਲੀ ਠਾकुर पे हार, जब हम शरण प्रभु की आई, राख प्रभु भावें मार। इस करके आवो संत प्राण सुख दाते, मेरे प्राणा दे सुख दाते, सिमरो प्रभ अविनाशी। आओ प्यारिओ बैठो, तुहानू दसीए मंगना दी गल ते होर। अनाथ नाथ दीन दुख भंजन, सारे दुखां नू नाश करन वाला, पूर रहो घटवासी। वो सारियां विच वसदा है, ओदा शुकराना करिए। उन्हें ऐसी नजरे सानी बख्शी है कि सारे पासे ओदे दीदार है जी। गावत सुनत सुनावत शरधा, हर रस पीवड भागे। कल कलेश मिटे सब तन ते, राम नाम लिव जागे। ਗਾਉਂਦਿਆਂ ਸੁਣਦਿਆਂ ਤੇ ਸੁਣਾਉਂਦਿਆਂ ਰੱਬ ਦੇ ਨਾਮ ਦੀ ਜੇ ਸ਼ਰਧਾ ਨਹੀਂ ਪੈਦਾ ਹੋ ਰਹੀ, ਫਿਰ ਗੁਰੂ ਅਰਜੁਨ ਸਾਹਿਬ ਕਹਿੰਦੇ ਇਹਦਾ ਮਤਲਬ ਖੋਟ ਹੈ ਮਨ ਦੇ ਵਿੱਚ। ਇਸ ਤਰ੍ਹਾਂ ਦੀ ਖੋਟ ਹੈ ਜਿਸ ਤਰ੍ਹਾਂ ਬਾਂਸ ਚੰਦਨ ਦੇ ਕੋਲ ਹੋ ਕੇ ਵੀ ਖੁਸ਼ਬੂ ਨਹੀਂ ਗ੍ਰਹਿਣ ਕਰ ਸਕਦਾ, ਅਸੀਂ ਗੁਰੂ ਦੇ ਕੋਲ ਹੋ ਕੇ ਵੀ ਗੁਰੂ ਦੇ ਸ਼ਬਦ ਨੂੰ ਗਾਉਂਦਿਆਂ ਵੀ ਸ਼ਰਧਾ ਨਹੀਂ ਪੈਦਾ ਕਰ ਪਾ ਰਹੇ। ਤੇ ਸ਼ਰਧਾ ਕੱਲੀ ਸਿਰ ਝੁਕਾਉਣਾ ਨਹੀਂ ਹੁੰਦਾ, ਹੱਥ ਜੋੜਦਾ ਨਹੀਂ ਹੁੰਦਾ। ਸ਼ਰਧਾ ਮਨ ਦੀ ਬੇਦਨ ਭਾਵਨਾ ਹੁੰਦੀ ਹੈ, ਜਿਹੜੀ ਜਿੱਥੇ ਮਰਜੀ ਕੋਈ ਬੈਠਾ ਹੋਏ ਸਿੱਖ ਤੇ ਗੁਰੂ ਨੂੰ ਉਹ ਸਿਜਦਾ ਕਰ ਦਿੰਦਾ ਹੈ ਆਪਣੇ ਮਨ ਕਰਕੇ। ਇਹ ਸ਼ਰਧਾ ਹੈ ਉਹਦੇ ਮਨ ਦੀ। ਗਾਵਤ ਸੁਨਤ ਸੁਨਾਵਤ ਸ਼ਰਧਾ, ਉਹਦੇ ਮਨ ਵਿੱਚ ਪ੍ਰੇਮ ਪੈਦਾ ਹੋਏ, ਸਤਿਕਾਰ ਪੈਦਾ ਹੋਏ। ਹਰ ਰਸ ਪੀ ਵਡਭਾਗੇ, ਤੇ ਨਾਮ ਦਾ ਰਸ ਪੀ ਕੇ ਉਹ ਵਡਭਾਗਾ ਹੁੰਦਾ ਹੈ। ਕਲ ਕਲੇਸ਼ ਮਿਟੇ ਸਭ ਤਨ ਤੇ, ਰਾਮ ਨਾਮ ਲਿਵ ਜਾਗੇ। ਪਹਿਲਾ ਵਾਰ ਪਾਤਸ਼ਾਹ ਜੀ ਨੇ ਕਿਹਾ ਸਰਬ ਪਦਾਰਥ, ਸਾਰੇ ਸਗਲ ਪਦਾਰਥ। ਫਿਰ ਸਤਿਗੁਰ ਜੀ ਨੇ ਕਿਹਾ ਨਾਥਾਂ ਦਾ ਨਾਥ ਤੂੰ ਹੈ। ਫਿਰ ਤੀਸਰੇ ਪਦੇ ਦੇ ਵਿੱਚ ਸਤਿਗੁਰ ਜੀ ਕਹਿੰਦੇ, ਉਹ ਵਾਹਿਗੁਰੂ ਦੂਜੇ ਪਦੇ ਦੇ ਵਿੱਚ ਕਹਿੰਦੇ ਕਿ ਸਾਰੇ ਕਲੇਸ਼ ਮੇਟਣ ਵਾਲਾ ਉਹ ਪਾਰ ਬ੍ਰਹਮ ਹੈ। ਉਹਦੇ ਨਾਮ ਦੇ ਵਿੱਚ ਕਦੀ ਜਾਗ ਕੇ ਤਾਂ ਵੇਖੋ, ਕਦੀ ਇੱਕ ਰਾਤ ਜਾਗ ਕੇ ਉਹਨੂੰ ਧਿਆ ਕੇ ਤਾਂ ਵੇਖੋ। ਹੋ ਸਕਦਾ ਦੁਨੀਆ ਦੀ ਆਉਣ ਵਾਲੀਆਂ ਸਾਰੀਆਂ ਰਾਤਾਂ ਬਦਲ ਜਾਣ, ਪਰ ਕੱਲਾ ਇੱਥੇ ਸਾਡੀ ਆਉਣ ਵਾਲੀ ਰਾਤ ਇਹ ਵਾਲੀ ਜਾਗਣਾ ਨਹੀਂ, ਜੀਵਨ ਦੀ ਰਾਤ ਜਿਹੜੀ ਅਸੀਂ ਸੁੱਤੇ ਪਏ ਹਾਂ ਨਾ, ਮਹਾਰਾਜ ਕਹਿੰਦੇ ਇਸ ਰਾਤ ਵਿੱਚ ਅਸੀਂ ਜਾਗ ਜਾਈਏ ਤਾਂ ਪ੍ਰਭੂ ਦੇ ਨਾਮ ਜਪਣ ਗਾਵਣ ਸੁਣਨ ਸੁਣਾਵਣ ਦੇ ਨਾਲ ਸ਼ਰਧਾ ਪੈਦਾ ਹੋਏਗੀ ਜੀ। ਕਾਮ ਕ੍ਰੋਧ ਝੂਠ ਤਜ ਨਿੰਦਾ, ਹਰ ਸਿਮਰਨ ਬੰਧਨ ਟੂਟੇ। ਮੋਹ ਮਗਨ ਅਹੰ ਅੰਧ ਮਮਤਾ, ਗੁਰ ਕਿਰਪਾ ਤੇ ਛੂਟੇ। ਫਿਰ ਗੁਰੂ ਅਰਜੁਨ ਸਾਹਿਬ ਕਹਿੰਦੇ ਆ ਕਿ ਭਗਤ ਸੰਤ ਦੀ ਪਰੰਪਰਾ ਇਹ ਨਹੀਂ ਹੁੰਦੀ ਕਿ ਕੱਲਾ ਉਹ ਮੂੰਹ ਤੋਂ ਮਿੱਠਾ ਬੋਲਣਾ ਸ਼ੁਰੂ ਹੋ ਗਿਆ ਜਾਂ ਹੱਥਾਂ ਤੋਂ ਕੰਮ ਕਰਨਾ ਚੰਗਾ ਸ਼ੁਰੂ ਹੋ ਗਿਆ। ਉਸੀ ਕਿਤਾਬ ਦੇ ਨਾਲ ਇੱਕ ਹੋਰ ਕਿਤਾਬ ਡਾਕਟਰ ਗੁਲਜ਼ਾਰ ਸਿੰਘ ਕੰਗ ਦੀ, ਜਿਹਦਾ ਸਿਰਲੇਖ ਟਾਈਟਲ ਹੈ ਸੂਫੀ ਸਿਲਸਿਲੇ ਅਤੇ ਸਾਧਕ।
ਉਹਦੇ ਵਿੱਚ ਲਿਖਿਆ ਹੋਇਆ ਬਾਬਾ ਸ਼ੇਖ ਫਰੀਦ, ਕਿਉਂਕਿ ਸੂਫੀ ਸਿਲਸਿਲਿਆਂ ਦੇ 8 ਸਾਧਕ, 8 ਪਰੰਪਰਾਵਾਂ, 8 ਪ੍ਰਿੰਸੀਪਲਸ ਹੈਗੇ, ਜਿਹਦੇ ਵਿੱਚ ਇਹ ਸਾਰਾ ਤਸੱਵੁਫ ਤੋਂ ਸ਼ੁਰੂ ਹੁੰਦਾ ਹੈ। ਤਸੱਵੁਰ ਹੈ, ਸਬਰ ਹੈ, ਤੌਬਾ ਹੈ। ਉਹਦੇ ਵਿੱਚ ਤੌਬਾ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਬੰਦਾ ਲੱਖ ਯਤਨ ਕਰੇ ਮਿੱਠਾ ਬੋਲਣ ਦਾ ਜਾਂ ਆਪਣੇ ਹੱਥਾਂ ਤੋਂ ਚੰਗਾ ਕੰਮ ਕਰਨ ਦਾ, ਉਹ 2, 4, 10, 15 ਦਿਨ ਤੇ ਕਰ ਸਕਦਾ ਹੈ, ਪਰ ਜਿੰਨਾ ਚਿਰ ਤੱਕ ਉਹਦੇ ਅੰਦਰ ਬੁਰੇ ਖਿਆਲਾਂ ਦੀ ਸੋਚ ਦਾ ਫੁਰਨਾ ਨਹੀਂ ਮਰਿਆ, ਉਹਨਾਂ ਚਿਰ ਤੱਕ ਉਹਦੇ ਅੰਦਰ ਪਾਪ ਨਹੀਂ ਜਾਏਗਾ। ਇਹਦਾ ਮਤਲਬ ਬੜੀ ਵੱਡੀ ਗੱਲ ਹੈ। ਬਾਬਾ ਸ਼ੇਖ ਫਰੀਦ ਕਹਿੰਦੇ ਆ ਅੰਦਰੋਂ ਸੋਚ ਮਰਨੀ ਚਾਹੀਦੀ ਪਾਪ ਵਾਲੀ। ਉਹਨਾਂ ਚਿਰ ਤੱਕ ਅਸੀਂ ਮਿੱਠਾ ਬੋਲ ਕੇ ਫਿਰ ਕੋੜਾ ਬੋਲ ਦਾਂਗੇ ਜਿੰਨਾ ਚਿਰ ਤੱਕ ਸਾਡੇ ਅੰਦਰ ਸੋਚ ਚੱਲ ਰਹੀ ਹੈ ਕਿਸੇ ਬਾਰੇ ਮਾੜੀ। ਬਾਬਾ ਸ਼ੇਖ ਫਰੀਦ ਕਹਿੰਦੇ ਆਓ ਜੜ ਨੂੰ ਵੱਢੀਏ, ਅੰਦਰ ਦੀ ਜਿਹੜੀ ਸੋਚ ਹੈ ਨਾ ਇਹਨੂੰ ਹੀ ਵੱਢ ਛੱਡੀਏ, ਫਿਰ ਬਾਹਰੋਂ ਝੂਠ ਪਰਪੰਚ ਦੀ ਲੋੜ ਨਹੀਂ ਪੈਣੀ, ਫਿਰ ਬਾਹਰ ਵੀ ਸੱਚ ਹੋ ਜਾਣਾ। ਜੇ ਅੰਦਰੋਂ ਸੋਚ ਹਜੇ ਮਾੜੀ ਚੱਲ ਰਹੀ ਹੈ, ਕਾਮ ਕ੍ਰੋਧ ਝੂਠ ਇਹ ਵਾਲੀ ਚੱਲ ਰਹੀ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਇਹਦੀ ਜੜ ਹੀ ਖਤਮ ਕਰੀਏ, ਅੰਦਰੋਂ ਹੀ ਖਤਮ ਕਰੀਏ। ਤਜ ਤਿਆਗੀਏ ਨਿੰਦਾ, ਹਰ ਸਿਮਰਨ ਬੰਧਨ ਟੂਟੇ। ਪ੍ਰਭੂ ਦੇ ਸਿਮਰਨ ਦੇ ਵਿੱਚ ਇਹਨਾਂ ਸਾਰਿਆਂ ਵਿਕਾਰਾਂ ਤੋਂ ਸਾਡੇ ਬੰਧਨ ਟੁੱਟ ਜਾਣ, ਇਹ ਸੋਚ ਹੀ ਖਤਮ ਹੋ ਜਾਏ, ਮਨ ਦੇ ਅੰਦਰ ਖਿਆਲ ਹੀ ਨਾ ਆਏ। ਮੋਹ ਮਗਨ ਅਹੰਗ ਅੰਧ ਮਮਤਾ, ਮੋਹ ਅੰਦਰ ਬਹੁਤ ਮਗਨ ਹੈ ਮਨ, ਅਹੰਕਾਰ ਅਹੰਗ ਕਿਆ ਅੰਧ ਅੰਧੇਰਾ ਹੈ ਮਮਤਾ ਦਾ। ਗੁਰ ਕਿਰਪਾ ਤੇ ਛੂਟੇ, ਜੇ ਕੋਈ ਬਚਾ ਸਕਦਾ ਹੈ ਤੇ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਉਹੀ ਬੰਦਗੀ ਚ ਜੁੜ ਸਕਦਾ ਜਿਹਦੇ ਦੇ ਮਸਤਕ ਭਾਗ ਨੇ। ਜੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ, ਕਰ ਕਿਰਪਾ ਜਨ ਤੇਰਾ, ਪੂਰ ਰਹਿਓ ਸਰਬ ਮਹਿ ਠਾਕੁਰ, ਨਾਨਕ ਸੋ ਪ੍ਰਭ ਨੀਰਾ। ਤੁਸੀਂ ਸਮਰੱਥ ਹੋ ਪਾਰ ਬ੍ਰਹਮ ਸੁਆਮੀ ਜੀ, ਤੁਸੀਂ ਕਿਰਪਾ ਕਰੋ, ਮੈਂ ਤੁਹਾਡਾ ਜਨ ਬਣ ਕੇ ਆਇਆ, ਮੈਂ ਸਭ ਆਪਣੀ ਹਉਮੈ ਨੂੰ ਤਿਆਗਣ ਲਈ ਤਿਆਰ ਹਾਂ। ਮੈਂ ਤੁਹਾਡੇ ਦੱਸੇ ਹੋਏ ਮਾਰਗ ਤੇ ਕਿ ਹਾਂ ਮੇਰੂ ਸੁੰਦਰ ਕਹੋ ਮਿਲਾ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਮੈਂ ਤੁਰਨ ਨੂੰ ਤਿਆਰ ਹਾਂ, ਪਰ ਹਮਰੋ ਸੁਆਓ ਸਦਾ ਸਦ ਭੂਲਨ, ਤੁਮਰੋ ਬਿਰਦ ਪਤਿਤ ਉਦਰਨ। ਮੇਰੇ ਵੱਲ ਨਾ ਤੱਕਿਓ, ਮੈਂ ਅੱਜ ਠੀਕ ਹਾਂ, ਕੱਲ ਦਾ ਮੇਰਾ ਪਤਾ ਨਹੀਂ, ਮੇਰਾ ਪੈਰ ਤਿਲਕ ਜਾਏ। ਹਮਰੋ ਸੁਆਓ ਸਦਾ ਸਦ ਭੂਲਨ, ਮੈਂ ਭੁੱਲ ਜਾਵਾਂਗਾ, ਪਰ ਮੈਂ ਆਇਆ ਤੁਹਾਡਾ ਅੱਜ ਜਨ ਬਣ ਕੇ। ਤੁਸੀਂ ਤਰਸ ਕਰੋ, ਹੁਣ ਇਹ ਜਦ ਜਨ ਬਣ ਕੇ ਇੱਕ ਵਾਰੀ ਆ ਗਿਆ ਤੇ ਤੁਸੀਂ ਹੁਣ ਸਦਾ ਲਈ ਆਪਣਾ ਬਿਰਦ ਸੰਭਾਲ ਲਓ। ਇਸ ਕਰਕੇ ਗੁਰੂ ਅਰਜਨ ਸਾਹਿਬ ਇੱਥੇ ਅਰਦਾਸ ਕਰਦੇ ਹੈ, ਔਰ ਇਹ ਅਰਦਾਸ ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ। ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਤੁਸੀਂ ਆਪਣਾ ਫਰਜ਼ ਨਿਭਾਓ, ਅਸੀਂ ਤੇ ਪਾਪਾਂ ਵੱਲ ਤੁਰਾਂਗੇ। ਅਸੀਂ ਜਨ ਬਣ ਕੇ ਆਇਆ। ਪੂਰ ਰਹੋ ਸਰਬ ਮੈਂ ਠਾਕੁਰ, ਨਾਨਕ ਸੋ ਪ੍ਰਭ ਨੇਰਾ। ਤੁਸੀਂ ਨੇੜੇ ਹੋ ਕੇ, ਨੇੜੇ ਤੋਂ ਨੇੜੇ ਹੋ ਕੇ ਵਰਤੋ, ਤਾਂ ਕਿ ਅਸੀਂ ਵਿਕਾਰਾਂ ਤੋਂ ਬਚ ਜਾਈਏ। ਅਸੀਂ ਤੁਹਾਨੂੰ ਚੇਤੇ ਕਰੀਏ ਨਾ ਕਰੀਏ, ਪਰ ਤੁਸੀਂ ਸਾਡੇ ਨੇੜੇ ਵਸਿਓ। ਤੁਹਾਨੂੰ ਚੇਤੇ ਕਰਨ ਵਾਸਤੇ ਸਾਨੂੰ ਯਤਨ ਨਾ ਕਰਨਾ ਪਏ, ਬਲਕਿ ਤੁਸੀਂ ਇੰਨੇ ਨੇੜੇ ਹੋ ਜਾਓ ਕਿ ਅਸੀਂ ਤੁਹਾਨੂੰ ਵਿਸਰ ਨਾ ਸਕੀਏ। ਇਹ ਕਿਰਪਾ ਕਰੋ। ਪੂਰ ਰਹੋ ਦਾ ਮਤਲਬ ਪੂਰਨ ਭਰ ਜਾਓ ਸਾਡੇ ਅੰਦਰ, ਸਾਡੀ ਸੁਰਤ ਵਿੱਚ ਤੁਹਾਡਾ ਨਾਮ ਭਰ ਜਾਏ, ਤਾਂ ਕਿ ਤੁਸੀਂ ਹਾਜ਼ਰ ਨਾਜ਼ਰ ਮਹਿਸੂਸ ਹੋਵੋ ਜੀ। ਸਾਰੰਗ ਮਹਿਲਾ ਪੰਜਵਾ, ਬਲਹਾਰੀ ਗੁਰਦੇਵ ਚਰਨ, ਜਾ ਕੈ ਸੰਗ ਪਾਰ ਬ੍ਰਹਮ ਧਿਆਈਐ, ਉਪਦੇਸ਼ ਹਮਾਰੀ ਗਤ ਕਰਨ ਰਹਾਉ। ਸਾਰੰਗ ਮਹੱਲਾ ਪੰਜਵਾਂ 13ਵਾਂ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਇਸ ਲੜੀ 'ਚ। ਬਲਹਾਰੀ ਗੁਰਦੇਵ ਚਰਨ, ਗੁਰੂ ਜੀ ਦੇ ਚਰਨਾਂ ਤੋਂ ਬਲਹਾਰ ਜਾਣ ਦੀ ਤਾਕੀਦ ਕਰਦੇ ਨੇ। ਜਾ ਕੇ ਸੰਗ ਪਾਰ ਬ੍ਰਹਮ ਧਿਆਈਐ, ਗੁਰੂ ਦੇ ਸਨਮੁਖ ਬੈਠਿਆਂ ਪ੍ਰਭੂ ਨੂੰ ਧਿਆਉਣ ਦਾ ਸੁਭਾਗ ਮਿਲਦਾ। ਜੇ ਗੁਰੂ ਨਾ ਹੁੰਦੇ ਤੇ ਫਿਰ ਅਸੀਂ ਕਿਵੇਂ ਧਿਆ ਸਕਦੇ ਸੀ? ਸਾਡੇ ਤੇ ਕਿਰਪਾ ਕੀਤੀ ਹੈ। ਕਿਰਮ ਜੰਤ ਨੂੰ ਸਤਿਗੁਰੂ ਜੀ ਨੇ ਹਉ ਕਿਆ ਸਾਲਾਹੀ, ਕਿਰਮ ਜੰਤ ਵੱਡੀ ਤੇਰੀ ਵਡਿਆਈ। ਤੁਸੀਂ ਸਾਨੂੰ ਰੁਲਦੇ ਫਿਰਦਿਆਂ ਨੂੰ ਇੱਥੇ ਬਿਠਾ ਕੇ ਜਪਵਾ ਲਿਆ। ਇਹ ਗੁਰੂ ਦੀ ਮਹਿਮਾ ਹੈ। ਜਾ ਕੇ ਸੰਗ ਪਾਰ ਬ੍ਰਹਮ ਧਿਆਈਐ, ਕਿ ਤੁਹਾਡੀ ਸੰਗਤ ਦੇ ਵਿੱਚ ਪ੍ਰਭੂ ਦਾ ਧਿਆਨ ਧਾਰਿਆ ਹੈ, ਧਿਆਇਆ ਹੈ। ਉਪਦੇਸ਼ ਹਮਾਰੀ ਗਤ ਕਰਨ, ਤੇ ਤੁਹਾਡਾ ਦਿੱਤਾ ਹੋਇਆ ਉਪਦੇਸ਼ ਅਰਧ ਵਿਸ਼ਰਾਮ ਲੱਗੇਗਾ। ਉਪਦੇਸ਼ ਹਮਾਰੀ ਗਤ ਕਰਨ, ਤੁਹਾਡਾ ਉਪਦੇਸ਼ ਸਾਡੀ ਗਤ ਮਿਤ ਸਵਾਰਨ ਵਾਲੇ ਨੇ ਜੇ ਰਹਾਓ। ਦੁਖ ਰੋਗ ਪੈ ਸਗਲ ਬਿਨਾਸੇ, ਜੋ ਆਵੇ ਹਰ ਸੰਤ ਸ਼ਰਨ, ਆਪ ਜਪੈ
ਅਵਰਹ ਨਾਮ ਜਪਾਵੈ ਵੱਡ ਸਮਰੱਥ ਤਾਰਨ ਤਰਨ। ਸੰਗਤ ਦੀ ਮਹਿਮਾ ਇਹ ਹੈ ਜੀ, ਅਨਵੈ ਅਰਥ ਨੇ ਪਹਿਲੀ ਪਿਛਲੀ ਤੁਕ ਦੇ ਕਿ ਸੰਗਤ ਵਿੱਚ ਆ ਕੇ ਗੁਰੂ ਕੇ ਸਿੱਖ ਆਪ ਜਪੈ ਅਵਰਹ ਨਾਮ ਜਪਾਵੈ ਵੱਡ ਸਮਰੱਥ ਤਾਰਨ ਤਰਨ। ਤੁਸੀਂ ਤਾਰਨ ਤਰਨ, ਤੁਸੀਂ ਤਾਰਨ ਵਾਲੇ ਹੋ, ਸਾਨੂੰ ਭਵ ਸਾਗਰ ਤੋਂ ਪਾਰ ਕਰਨ ਵਾਲੇ ਹੋ। ਅਸੀਂ ਪੜ੍ਹਦੇ ਹਾਂ ਸੱਚੇ ਪਾਤਸ਼ਾਹ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਚਰਨ ਸ਼ਰਨ। ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ, ਮੋਹਿ ਅਪਰਾਧੀ ਸ਼ਰਨ ਚਰਨ, ਮੈਂ ਚਰਨਾਂ ਦੀ ਸ਼ਰਨ ਵਿੱਚ ਆਇਆ। ਤੁਮ ਸਮਰੱਥਾ, ਸਭ ਕੁਝ ਕਰਨ ਵਾਲੇ ਹੋ। ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਕਿ ਆਪ ਜਪੈ ਅਵਰਹਿ ਨਾਮ ਜਪਾਵੈ ਵੱਡ ਸਮਰੱਥ ਤਾਰਨ ਤਰਨ। ਤੇ ਤਾਰਨ ਤਰਨ ਤੁਸੀਂ ਹੋ। ਕਿਰਪਾ ਨਿਧ ਬਸੋ ਹਿਰਦੈ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ। ਲਾਗੈ ਪ੍ਰਭ ਸੰਗ ਪ੍ਰੀਤ, ਤੁਹਾਡੇ ਨਾਲ ਪ੍ਰੀਤ ਲੱਗੇ ਸਾਡੀ। ਤੇ ਤੁਸੀਂ ਕਿਸ ਰੂਪ ਦੇ ਵਿੱਚ ਤਾਰਦੇ ਹੋ, ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜਦ ਤੁਸੀਂ ਤਾਰਨ ਵਾਸਤੇ ਆਉਂਦੇ ਹੋ ਤੇ ਤੁਸੀਂ ਹਰ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ ਜੇ ਪੈਂਦੇ ਖਾਓ ਤੇ ਤੇਗ ਚਲਦੀ ਹੈ ਤੇ ਤਾਂ ਵੀ ਤੁਸੀਂ ਤਾਰ ਦਿੰਦੇ ਹੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਦੇ ਉੱਤੇ ਨਦਰ ਇਨਾਇਤ ਕਰਦੇ ਆ ਤੇ ਕੋਡੀਆਂ ਰਾਖਸ਼ਾਂ ਵਰਗਿਆਂ ਨੂੰ ਵੀ ਤਾਰ ਜਾਂਦੇ ਆ। ਜੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿੱਥੇ ਕਿੱਥੇ ਜਾਂਦੇ ਆ, ਕਿੱਥੇ ਕਿੱਥੇ ਤੁਰਦੇ ਆ, ਤੇ ਜੇ ਉੱਥੇ ਕੋਈ ਉਹਨਾਂ ਦੀ ਨਦਰੇ ਇਨਾਇਤ ਵਿੱਚ ਆਉਂਦਾ ਤੇ ਸਤਿਗੁਰੂ ਜੀ ਉਹਨਾਂ ਨੂੰ ਨਾਮ ਬਾਣੀ ਅਭਿਆਸ ਤੇ ਭਾਈ ਕਨਈਆ ਵਰਗੇ ਕਈ ਬਣਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆਏ ਸਨ ਭਾਈ ਕਨਈਆ ਜੀ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਸੇਵਾ ਕਰੋ। ਕਹਿੰਦੇ ਜੀ ਸੇਵਾ ਕੀ ਕਰਨੀ ਹੈ? ਕਹਿੰਦੇ ਇੱਥੋਂ ਖੂਹ ਚੋਂ ਪਾਣੀ ਭਰੋ ਤੇ ਇੱਥੇ ਇਹ ਥੜੇ ਤੇ ਰੋੜ ਦੋ। ਭਾਈ ਕਨਈਆ ਨੇ ਨਾ ਹਾਂ ਕਹੀ ਨਾ ਕਿਹਾ, 7 ਬਚਨ ਕਿਹਾ, ਖੂਹ ਚੋਂ ਪਾਣੀ ਭਰਿਆ ਤੇ ਰੋੜ ਦਿੱਤਾ। ਤੇ ਇਹ ਵੀ ਨਹੀਂ ਪੁੱਛਿਆ ਕਿੰਨੀ ਵਾਰੀ, ਜਿੰਨਾ ਚਿਰ ਤੱਕ ਗੁਰੂ ਨੇ ਨਾ ਨਹੀਂ ਕੀਤੀ ਉਹ ਸੇਵਾ ਕੀਤੀ। ਤਿਆਰ ਕਰਾਇਆ ਗੁਰੂ ਨੇ, ਭਾਈ ਕਨਈਆ ਜੀ ਦੀ ਤਿਆਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਾਈ ਹੈ। ਤਾਂ ਜਾ ਕੇ ਉਹਨਾਂ ਨੂੰ ਸਭ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਦਿਸਦੇ, ਗੁਰੂ ਗੋਬਿੰਦ ਸਿੰਘ ਦੇ ਦੀਦਾਰ ਹੁੰਦੇ ਆ। ਇਸ ਕਰਕੇ ਕੋਈ ਅੰਤ ਨਹੀਂ ਹੈ। ਤੁਹਾਡੀ ਸੰਗਤ ਦੇ ਵਿੱਚ ਦੁੱਖ ਰੋਗ ਭੈ ਸਗਲ ਬਿਨਾਸੇ ਜੋ ਆਵੇ ਹਰ ਸੰਤ ਸ਼ਰਨ। ਸੰਤਾਂ ਦੀ ਸ਼ਰਨ ਵਿੱਚ, ਸੰਗਤ ਵਿੱਚ ਸ਼ਰਨ ਚ ਜੋ ਆਉਂਦਾ ਹੈ ਉਹਨਾਂ ਦਾ ਤੁਸੀਂ ਪਾਰ ਉਤਾਰਾ ਕਰਦੇ ਹੋ ਜੇ। ਜਾਕੋ ਮੰਤਰ ਉਤਾਰੈ ਸਹਸਾ ਊਣੇ ਕਉ ਸੁਪਰ ਪਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਭ ਪਰਨ। ਸਾਧ ਸੰਗਤ ਤੋਂ ਉੱਤੇ ਕੋਈ ਦੂਸਰਾ ਐਸਾ ਥਾਂ ਨਹੀਂ ਹੈ ਜਿੱਥੇ ਖਾਲੀ ਹਿਰਦੇ ਵੀ ਭਰ ਜਾਣਗੇ, ਜਿੱਥੇ ਪਾਪੀ ਵੀ ਬਖਸ਼ੇ ਜਾਣਗੇ। ਬਾਬਾ ਸ਼ੇਖ ਫਰੀਦ ਦਾ ਚੇਲਾ ਜਿਹੜਾ ਹਜ਼ਰਤ ਨਿਜ਼ਾਮੂਦੀਨ ਅਬੌਰ ਦੀ ਧਰਤੀ ਤੇ ਆਪਣੇ ਮਿੱਤਰ ਦੇ ਘਰ ਗਿਆ। ਉਸ ਮਿੱਤਰ ਦੇ ਘਰ ਉਹਦੇ ਕਬੀਲੇ ਦੇ ਲੋਕ ਉਹਨੂੰ ਬੜਾ ਮਾੜਾ ਬੋਲਣ, ਇੱਥੋਂ ਤੱਕ ਕਿ ਉਹਦੀ ਜਿਹੜੀ ਪਤਨੀ ਸੀ ਉਹਨੂੰ ਬੜੇ ਕੁਬੋਲ ਬੋਲਣ, ਬੜੇ ਮਾੜੇ ਅੱਖਰ ਵਰਤਣ। ਪਰ ਉਹਦੀ ਪਤਨੀ ਨੇ ਇੱਕੋ ਹੀ ਗੱਲ ਕੀਤੀ, ਤੁਸੀਂ ਮੈਨੂੰ ਮਾੜਾ ਕਿਉਂ ਬੋਲ ਰਹੇ ਹੋ? ਕਹਿੰਦੇ ਤੂੰ ਇਵੇਂ ਸੀ, ਤੂੰ ਇਵੇਂ ਸੀ, ਤੂੰ ਇਉਂ ਕੀਤਾ। ਬਸ ਉਹਨਾਂ ਦਾ ਇੱਕ ਇਹ ਮਰਕਜ਼ ਸੀ, ਮਕਸਦ ਸੀ ਕਿ ਜਿਹੜਾ ਫਕੀਰ ਆਇਆ ਨਿਜ਼ਾਮੂਦੀਨ ਉਹਦੇ ਸਾਹਮਣੇ ਇਹਨੂੰ ਬਦਨਾਮ ਕਰ ਦਈਏ ਜਿੰਨਾ ਕਰ ਸਕਦੇ ਆ। ਉਸ ਪਤਨੀ ਨੇ ਇੱਕੋ ਹੀ ਗੱਲ ਕੀਤੀ ਉਹਦੀ, ਨਿਜ਼ਾਮੂਦੀਨ ਦੇ ਦੋਸਤ ਦੀ। ਕਹਿੰਦੇ ਮੈਨੂੰ ਇੱਕ ਗੱਲ ਦੱਸ ਦਿਓ ਕਿ ਜਿਸ ਦਿਨ ਤੋਂ ਮੈਂ ਫਕੀਰੀ ਹਾਸਿਲ ਕੀਤੀ ਹੈ ਉਸ ਦਿਨ ਤੋਂ ਮੇਰੇ ਪਹਿਲਾਂ ਦੇ ਪਾਪ ਨੇ ਜਾਂ ਉਸ ਦਿਨ ਤੋਂ ਬਾਅਦ ਦੇ ਪਾਪ ਨੇ? ਸਾਰੇ ਚੁੱਪ ਹੋ ਗਏ। ਨਿਜ਼ਾਮੂਦੀਨ ਨੇ ਕਿਹਾ ਵਾਹ, ਬਿਸਮਿल्लाह ਕਹਿਤਾ। ਕਹਿੰਦੇ ਕਮਾਲ ਕਰਤੀ। ਕਹਿੰਦੇ ਗੱਲ ਬਸ ਇੰਨੀ ਹੈ, ਜਿਹੜਾ ਸੰਗਤ ਦੀ ਸ਼ਰਨ ਵਿੱਚ ਆ ਜਾਏ ਗੁਰੂ ਅੱਜ ਤੋਂ ਪਹਿਲਾਂ ਦੇ ਪਾਪ ਨੂੰ ਨਹੀਂ ਚਿਤਾਰੇਗਾ। ਅੱਜ ਤੋਂ ਪਹਿਲਾਂ ਦੇ ਪਾਪ ਬਖਸ਼ੇ ਗਏ। ਅੱਜ ਤੋਂ ਬਾਅਦ ਦੇ ਜੋ ਵੀ ਸਤਿਗੁਰੂ ਜੀ ਦੇ ਮਾਰਗ ਦੇ ਉਪਦੇਸ਼ ਨੇ ਸਿੱਖ ਕਮਾਏ, ਮਹਾਰਾਜ ਕਹਿੰਦੇ ਪਿਛਲੇ ਅਵਗੁਣ ਬਖਸ਼ ਲਏ ਪ੍ਰਭ ਆਗੈ। ਤੇ ਹਜ਼ਰਤ ਨਿਜ਼ਾਮੂਦੀਨ ਕਹਿੰਦਾ ਇਹੀ ਸੱਚ ਹੈ। ਫਿਰ ਬਿਲਕੁਲ ਸੱਚ ਹੈ। ਜਿਸ ਦਿਨ ਫਕੀਰੀ ਕਮਾ ਲਈ ਉਸ ਤੋਂ ਪਿਛਲੇ ਅਵਗੁਣ ਨਹੀਂ ਚਿਤਾਰੇ ਜਾਂਦੇ। ਫਿਰ ਇਸ ਦਰ ਤੇ ਫਿਰ ਸਭ ਮਾਫ ਹੈ। ਇਸ ਕਰਕੇ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲਕਾਲ। ਸੰਗਤ ਦੇ ਵਿੱਚ ਬੈਠਣਾ ਪੁਰਾਣੇ ਸਾਰੇ ਵਿਕਾਰਾਂ ਦੀ ਫਾਹੀ ਵੱਢੀ ਜਾਂਦੀ ਹੈ, ਕਾਲ ਦੀ ਵੀ ਫਾਹੀ ਵੱਢੀ ਜਾਂਦੀ ਹੈ। ਇਹਨੂੰ ਮਹਾਰਾਜ ਜੀ ਕਹਿੰਦੇ ਕਿ ਇਸ ਸੰਗਤ ਦਾ ਐਸਾ ਅਸਰ ਹੈ ਜਾਕੋ ਮੰਤਰ ਉਤਾਰੈ ਸਹਸਾ ਊਣੇ ਕਉ ਸੁਪਰ ਭਰਨ। ਖਾਲੀ ਹਿਰਦਿਆਂ ਨੂੰ ਸੰਗਤ 'ਚ ਭਰ ਲੋ ਆ ਕੇ। ਤੇ ਗੁਰੂ तेग बहादुर साहब हर की गत ना को जाने जोगी जति तपी पचहारे और वो लोग सियाणे खिर में राव रंग को करही
ਸੰਗਤ ਕਿੰਨੀ ਵੱਡੀ ਚੀਜ਼ ਹੈ। ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੈ, ਯਹ ਤਾਕੋ ਵਿਵਹਾਰੇ। ਖਾਲੀਆਂ ਨੂੰ ਭਰਨ ਵਾਲੀ ਸੰਗਤ ਹੈ। ਸੰਗਤ ਦੇ ਵਿੱਚ ਬਹੁਤ ਕੁਝ ਮਿਲਦਾ ਹੈ। ਇੱਥੇ ਦਾ ਦਿੱਤਾ ਹੋਇਆ ਉਪਦੇਸ਼, ਮੰਤਰ ਦਾ ਮਤਲਬ ਉਪਦੇਸ਼, ਊਣੇ ਕੋ ਸਪਰ ਭਰਨ, ਖਾਲੀ ਹਿਰਦੇ ਭਰੇ ਜਾਂਦੇ ਨੇ। ਹਰ ਦਾਸਨ ਕੀ ਆਗਿਆ ਮਾਨਤ, ਤੇ ਦੂਸਰਾ ਸੰਤ ਜਨਾਂ ਦੀ ਆਗਿਆ ਮੰਨ ਲਈ, ਗੁਰੂ ਦੇ ਦਾਸਾਂ ਦੀ ਆਗਿਆ ਮੰਨ ਲਈ, ਤੇ ਨਾ ਹੀ ਫੁਨ ਗਰਭ ਪਰਨ, ਫਿਰ ਗਰਭ ਦਾ ਦੁੱਖ ਵੀ ਨਹੀਂ ਮਿਲੇਗਾ ਜੀ। ਭਗਤਨ ਕੀ ਟਹਿਲ ਕਮਾਵਤ ਗਾਵਤ, ਦੁਖ ਕਾਟੇ ਆਕੇ ਜਨਮ ਮਰਨ, ਜਾ ਕਉ ਭਇਓ ਕਿਰਪਾਲ ਬੀਠੁਲਾ, ਤਿਨ ਹਰ ਹਰ ਅਜਰ ਜਰਨ। ਧੰਨ ਗੁਰੂ ਅਰਜੁਨ ਸਾਹਿਬ ਜੀ ਵੀ ਬੀਠੁਲਾ ਕਹਿੰਦੇ ਵਾਹਿਗੁਰੂ ਜੀ ਨੂੰ। ਮੌਜ ਹੈ ਸੱਚੇ ਪਾਤਸ਼ਾਹ ਜੀ ਦੀ। ਬੇਅੰਤ ਨਾਮ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ, ਇਹ ਸਭ ਕੁਝ ਗੁਰੂ ਅਰਜੁਨ ਸਾਹਿਬ ਹੀ ਕਰਨ ਵਾਲੇ ਨੇ। ਭਗਤਨ ਕੀ ਟਹਿਲ ਕਮਾਵਤ ਗਾਵਤ, ਇਹ ਭਗਤਾਂ ਕੀ ਟਹਿਲ ਹੈ, ਸੇਵਾ ਹੈ। ਭਗਤਾਂ ਦੇ ਵਿੱਚ ਬਹਿ ਜਾਣਾ, ਭਗਤ ਜਨਾਂ ਦੇ ਵਿੱਚ ਜਿਵੇਂ ਭਗਤ ਜਨ ਬੈਠੇ ਉਵੇਂ ਹੀ ਬਹਿ ਜਾਣਾ। ਗੁਰੂ ਅਰਜੁਨ ਸਾਹਿਬ ਕਹਿੰਦੇ ਜਿਵੇਂ ਸੰਗਤ ਬੈਠੀ ਹੈ ਬਸ ਉਸ ਤਰ੍ਹਾਂ ਹੀ ਬਹਿ ਜਾਓ। ਇਹ ਭਗਤਾਂ ਦੀ ਸੇਵਾ ਹੋ ਗਈ, ਇਹ ਸੰਗਤ ਦੀ ਸਭ ਤੋਂ ਵੱਡੀ ਸੇਵਾ ਹੋ ਗਈ। ਪਰ ਜੇ ਇੱਥੇ ਕੀਤੀ ਬਖੀਲੀ, ਉਹ ਸਭ ਤੋਂ ਵੱਡਾ ਪਾਪ ਹੋ ਜਾਂਦਾ ਹੈ। ਇਸ ਕਰਕੇ ਭਗਤਾਂ ਦੀ ਸੇਵਾ ਹੀ ਹੈ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਊਟ ਤੂੰ ਸੱਚਾ ਸਿਰਜਣਾ, ਕਿਉਂਕਿ ਭਗਤਾਂ ਵਿੱਚ ਵਸ ਰਹੇ ਹਾਂ। ਭਗਤਾਂ ਕੀ ਟਹਿਲ ਕਮਾਵਤ ਗਾਵਤ, ਇੱਥੇ ਗਾ ਲਈਏ ਜਿਵੇਂ ਭਗਤ ਗਾ ਰਹੇ ਨੇ। ਦੁੱਖ ਕਾਟੇ ਤਾਕੇ ਜਨਮ ਮਰਨ, ਜਨਮ ਮਰਨ ਦੇ ਦੁੱਖ ਕੱਟੇ ਗਏ। ਜਾਕੋ ਭਇਓ ਕਿਰਪਾਲ ਬੀਠੁਲਾ, ਤਿਨ ਹਰ ਹਰ ਅਜਰ ਜਰਨ, ਉਹ ਐਸਾ ਨਾਮ ਹੈ ਜਿਹਨੂੰ ਜਰਿਆ ਨਹੀਂ ਜਾ ਸਕਦਾ। ਪਰ ਗੁਰੂ ਵਿਚੋਲਾ ਵਿੱਚ ਪੈ ਕੇ ਉਹ ਅਜਰ ਵਾਲੀ ਵਸਤੂ ਹਿਰਦੇ ਵਿੱਚ ਟਿਕਾ ਦਿੰਦੇ ਆ, ਤਾਂ ਕਿ ਉਹ ਨਿਗੁਰਾ ਵੀ। ਧੱਕੇ ਖਾਉਣ ਵਾਲਾ, ਸਾਡੇ ਵਰਗੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਸਤਿਗੁਰ ਬਖਸ਼ਿਸ਼ ਕਰਕੇ ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਇਸ ਅਵਸਥਾ ਤੱਕ ਪਹੁੰਚਾਉਂਦੇ ਨੇ ਜੀ। ਹਰ ਰਸਹਿ ਅਕਾਨੇ ਸਹਿਜ ਸਮਾਨੇ, ਮੁਖ ਤੇ ਨਾਹੀ ਜਾਤ ਬਰਨ, ਗੁਰ ਪ੍ਰਸਾਦ ਨਾਨਕ ਸੰਤੋਖੇ, ਨਾਮ ਪ੍ਰਭੂ ਜਪ ਜਪ ਉਧਰਨ। ਹਰ ਰਸ ਹੈ ਅਗਾਨੇ, ਰਸਾਂ ਵਿੱਚ ਰੱਜ ਜਾਂਦੇ ਹੈ, ਰਸ ਭਰ ਆਉਂਦੇ ਹੈ ਜੀਵਨ ਵਿੱਚ। ਇਹਨੂੰ ਹੀ ਬਸ ਗੁਰੂ ਅਰਜੁਨ ਸਾਹਿਬ ਕਹਿੰਦੇ ਇਹ ਅੰਦਰੋਂ ਹੀ ਹੈ ਬਦਲਾਵ, ਇਹ ਕੋਈ ਬਾਹਰ ਦਾ ਬਦਲਾਵ ਨਹੀਂ ਹੈ, ਕੋਈ ਬਾਹਰ ਦਾ ਛੂਛਾ ਦਿਖਾਵਾ ਨਹੀਂ ਹੈ। ਛੂਛਾ ਕਹਿੰਦੇ ਇਹ ਖਾਲੀ, ਜਿਹੜਾ ਖਾਲੀ ਭਾਂਡਾ ਹੁੰਦਾ ਨਾ ਉਹ ਡੋਲਦਾ, ਜਿਹੜਾ ਭਰ ਜਾਂਦਾ ਉਹਨੂੰ ਫਿਰ ਡੋਲਣ ਦੀ ਕੋਈ ਡਰ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਆਓ ਛੂਛੇ ਨੂੰ ਭਰ ਲਈਏ, ਖਾਲੀ ਭਾਂਡੇ ਨੂੰ ਭਰ ਲਈਏ, ਫਿਰ ਬਾਹਰੋਂ ਇੱਥੋਂ ਤੱਕ ਮਹਾਰਾਜ ਜੀ ਨੇ ਕਹਿ ਦਿੱਤਾ, ਜੇ ਬਾਹਰੋਂ ਭੁੱਲ ਝੁਕ ਬੋਲਦੇ ਭੀ ਖਰੇ ਹਰ ਭਾਂਡੇ। ਬਸ ਜਿਹੜੇ ਅੰਦਰੋਂ ਭਰ ਗਏ, ਹੋ ਸਕਦਾ ਬਾਹਰੋਂ ਭੁੱਲ ਚੁੱਕ ਕਰ ਵੀ ਦੇਣ, ਪਰ ਕਹਿੰਦੇ ਰੱਬ ਦੀ ਦਰਗਾਹ ਦੇ ਵਿੱਚ ਉਹ ਭੁੱਲ ਚੁੱਕ ਹੁੰਦੀ ਨਹੀਂ ਹੈ, ਕਿਉਂਕਿ ਅੰਦਰੋਂ ਭਰ ਗਏ ਨੇ। ਉਹ ਅੰਦਰੋਂ ਗੁਰੂ ਦੇ ਸਨਮੁਖ ਹੋ ਗਏ ਨੇ। ਅੰਦਰੋਂ ਸਤਿਗੁਰੂ ਜੀ ਕਹਿੰਦੇ ਹਰ ਰਸੈ ਅਗਾਨਾ ਸਹਿਜ ਸਮਾਨੇ, ਮੁਖ ਤੇ ਨਾਹੀ ਜਾਤ ਬਰਨ, ਉਹਨਾਂ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਗੁਰ ਪ੍ਰਸਾਦ, ਜਾਤ ਬਰਨ ਦਾ ਮਤਲਬ ਜਾਤ ਜ਼ਾਤ ਪਾਤ ਵਾਲਾ ਨਹੀਂ, ਜਾਤ ਜਾਈ ਜਾ ਸਕਦੀ, ਬਰਨ ਨਹੀਂ ਜਾਈ ਜਾ ਸਕਦੀ, ਬਰਨ ਨਹੀਂ ਕੀਤੀ ਜਾ ਸਕਦੀ। ਗੁਰ ਪ੍ਰਸਾਦ ਨਾਨਕ ਸੰਤੋਖੇ, ਨਾਮ ਪ੍ਰਭੂ ਜਪ ਜਪ ਉਧਰਣ। ਪ੍ਰਭੂ ਦਾ ਨਾਮ ਸੱਚੀ ਮੁੱਚੀ ਜੀਵਨ ਨੂੰ ਸੰਤੋਖਣ ਵਾਲਾ ਹੈ, ਜੀਵਨ ਦੇ ਅੰਦਰ ਸੰਤੋਖ ਪੈਦਾ ਕਰਨ ਵਾਲਾ ਹੈ, ਸਬਰ ਸ਼ੁਕਰ ਪੈਦਾ ਕਰਨ ਵਾਲਾ ਹੈ। ਜੋ ਪ੍ਰਭੂ ਨੇ ਦਿੱਤਾ ਉਹਦੇ ਵੱਲ ਨਜ਼ਰੇ ਸਾਨੀ ਕਰਨ ਵਾਲਾ, ਦੇਖਣ ਵਾਲਾ ਹੈ ਕਿ ਗੁਰੂ ਨੇ, ਰੱਬ ਨੇ ਕੀ ਦਿੱਤਾ, ਪਹਿਲਾਂ ਉਹਦਾ ਸ਼ੁਕਰਾਨਾ ਕਰੀਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ, ਨਾਮ ਹਰ ਸ਼ੋਭਾ ਚਿੰਤਾ ਲਾਏ। ਇਹ ਅਰਦਾਸ ਸਿਖਾਉਣ ਵਾਲਾ ਹੈ, ਤੇ ਇਹ ਜਪ ਜਪ ਕੇ ਦੁਨੀਆ ਦੇ ਸਾਰੇ ਜੀਵ ਉਧਰ ਜਾਂਦੇ ਨੇ ਜੀ। ਸਾਰੰਗ ਮਹਿਲਾ ਪੰਜਵਾ, ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ, ਭਲੇ ਸੰਜੋਗ ਭਲੇ ਦਿਨ ਅਵਸਰ, ਜਾਓ ਗੋਪਾਲ ਰੀਝਾਇਓ ਰਹਾਉ। ਸਾਰੰਗ ਮਹੱਲਾ ਪੰਜਵਾਂ। ਦਿਨ ਚੰਗੇ ਆਏ, ਪ੍ਰਭੂ ਦੀ ਸਿਫਤ ਕਰਨੀ ਆਈ। ਦੁਨੀਆ ਦੇ ਲੋਕ ਬਹੁਤ ਕੁਝ ਗਾ ਰਹੇ ਨੇ, ਕੋਈ ਕੁਝ ਗਾ ਰਿਹਾ, ਕੋਈ ਕੁਝ ਗਾ ਰਿਹਾ, ਪਰ ਗੁਰੂ ਕੇ ਭਗਤ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਗਾ ਰਹੇ ਹੈ, ਸਿਫਤ ਸਲਾਹ ਗਾ ਰਹੇ। ਗਾਵੋ ਗਾਵੋ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਕੋਈ ਵਿਰਲੀ ਜੀਵ ਇਸਤਰੀ ਉਸ ਪ੍ਰਭੂ ਦੇ ਗੀਤ ਇਵੇਂ ਗਾ ਰਹੀ ਹੈ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ
ਪਿਆਰੇ ਜੋਗ, ਤੁਸੀਂ ਭਾਵੇਂ ਜੋ ਮਰਜ਼ੀ ਕਹੋ, ਪਰ ਮੈਂ ਹੁਣ ਪ੍ਰਭੂ ਦੀ ਸਿਫਤ ਸਲਾਹ ਗਾਉਣੀ ਹੈ। ਮਹਾਰਾਜ ਕਹਿੰਦੇ ਉਸ ਦਿਨ ਸਮਝੋ ਸਾਡੇ ਦਿਨ ਪਲਟ ਗਏ। ਉਸ ਦਿਨ ਸਾਡੇ ਦਿਨਾਂ ਦੇ ਵਿੱਚ ਹੁਣ ਹਨੇਰੀ ਰਾਤ ਨਹੀਂ ਰਹੀ, ਹੁਣ ਸੁੱਖਾਂ ਦੀ ਐਨ ਰੁਮਕਦੀ ਠੰਡੀਆਂ ਹਵਾਵਾਂ ਸ਼ੁਰੂ ਹੋ ਗਈਆਂ। ਜਿਸ ਦਿਨ ਸੰਗਤ 'ਚ ਬੈਠ ਕੇ ਪ੍ਰਭੂ ਦੀ ਸਿਫਤ ਗਾਉਣੀ ਆ ਗਈ, ਸ਼ੁਰੂ ਕਰ ਦਿੱਤੀ। ਸਾਰੰਗ ਮਹੱਲਾ ਪੰਜਵਾਂ, ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ। ਮੰਗਲ ਚੰਗੇ ਗੀਤ, ਖੁਸ਼ੀ ਦੇ ਗੀਤ, ਸੋਹਿਲਾ ਗਾਇਆ ਗੁਰੂ ਦੇ ਸ਼ਬਦ ਦਾ। ਭਲੇ ਸੰਜੋਗ, ਅੱਜ ਸੰਗਤ ਦਾ ਮਿਲਾਪ। ਦੁਨੀਆ 'ਚ ਬੜੇ ਸੰਜੋਗ ਹੁੰਦੇ ਆ, ਪਰ ਇਹ ਸੰਜੋਗ ਬਹੁਤ ਵਿਰਲੇ, ਵੱਡੇ ਕਿਸਮਤ ਭਾਗਾਂ ਨਾਲ ਮਿਲਦੇ ਨੇ, ਬੜੀ ਵੱਡੀ ਬਖਸ਼ਿਸ਼ ਨਾਲ ਮਿਲਦੇ ਨੇ। ਇਹ ਸੰਜੋਗ ਹੋਏ ਭਲੇ ਦਿਨ ਅਵਸਰ, ਇਹ ਅਵਸਰ, ਇਹ ਦਿਨ ਬਣੇ ਆ, ਇਹ ਭਲੇ ਦਿਨ ਆਏ ਨੇ। ਜੋ ਗੋਪਾਲ ਰਿਝਾਇਓ, ਗੁਰੂ ਨੂੰ ਪ੍ਰਭੂ ਨੂੰ ਰਿਝਾਉਣ ਦਾ ਮੌਕਾ ਸੰਗਤ 'ਚ ਬੈਠਣ ਦਾ ਮਿਲਿਆ। ਇਸ ਤੋਂ ਭਲੇ ਦਿਨ ਜੀਵਨ 'ਚ ਹੋਰ ਕੋਈ ਨਹੀਂ ਆਉਣੇ ਜੀ, ਤੇ ਨਾ ਆ ਸਕਦੇ ਨੇ। ਇਹੀ ਦਿਨ ਨੇ, ਇਹਨੂੰ ਸਮਝੀਏ, ਇਹਨੂੰ ਮਾਣੀਏ ਜੀ ਰਾਓ। ਸੰਤ ਹੈ ਚਰਨ ਮੋਰ ਲੋ ਮਾਥਾ, ਹਮਰੇ ਮਸਤਕ ਸੰਤ ਤਰੇ ਹਾਥਾ। ਇੱਥੇ ਸੰਤਾਂ ਦੀ ਧੂੜ ਮੇਰੀ ਮਸਤਕ ਹੋ ਜਾਏ। ਸੰਤ ਹੈ ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਧੂੜ ਭਰੋ। ਕਿ ਅੱਖਾਂ ਨਾਲ ਮੈਂ ਜੇ ਸੰਗਤਾਂ ਦੇ ਦਰਸ਼ਨ ਕਰਾਂ, ਅਹੰਕਾਰ, ਹਉਮੈ, ਵਾਸ਼ਨਾ ਤੇ ਵਿਕਾਰ 'ਚ ਨਹੀਂ, ਉਹਨਾਂ ਦੇ ਪੈਰਾਂ ਦੀ ਧੂੜ ਸਮਝ ਕੇ, ਇਮੈਜਿਨ ਕਰਕੇ। ਸੰਤ ਹੈ ਚਰਨ ਹਮਾਰੋ ਮਾਥਾ, ਨੈਣ ਦਰਸ, ਜੇ ਮੈਂ ਅੱਖਾਂ ਤੋਂ ਸੰਗਤ ਦੇ ਦੀਦਾਰ ਵੀ ਕਰਾਂ, ਵਾਸ਼ਨਾ ਰੂਪ ਨਹੀਂ, ਤਨ ਧੂੜ ਭਰੋ, ਮੈਂ ਆਪਣੇ ਤਨ ਨੂੰ ਧੂੜ ਹੀ ਸਮਝਾਂ ਸੰਗਤ ਦੇ ਪੈਰਾਂ ਦੀ। ਇਹਨੂੰ ਮਹਾਰਾਜ ਕਹਿੰਦੇ ਸੰਤ ਹੈ ਚਰਨ ਮੋਰਲੋ ਮਾਥਾ, ਮੇਰਾ ਮੱਥਾ ਬਣ ਜੇ ਸੰਗਤ ਦੇ ਚਰਨ। ਭਾਵ ਕਿ ਇੱਥੋਂ ਜਿੱਥੋਂ ਤੁਰ ਕੇ ਆਣ, ਮੈਂ ਆਪਣਾ ਸਿਰ ਦਵਾਂ, ਮੈਂ ਆਪਣਾ ਆਪ ਭੇਟ ਕਰਾਂ। ਹਮਰੇ ਮਸਤਕ ਸੰਤ ਧਰੇ ਹਾਥਾ, ਇਸੀ ਅਵਸਥਾ ਦੇ ਵਿੱਚ ਸੰਗਤ ਸੰਤ ਜਨ ਮੇਰੇ ਮਸਤਕ ਤੇ ਹੱਥ ਧਰਨਗੇ, ਤਾਂ ਕਿ ਅਸੀਂ ਵੀ ਪ੍ਰਭੂ ਦੀ ਉਸਤਤ ਕਰ ਸਕੀਏ ਜੀ। ਸਾਧ ਹੈ ਮੰਤਰ ਮੋਰ ਲੋ ਮਨੁਆ, ਤਾਤੇ ਗਤ ਹੋਏ ਤ੍ਰੈ ਗੁਣੀਆਂ। ਸਾਧ ਦੀ ਮੰਤਰ ਭਾਵ ਉਪਦੇਸ਼, ਕਿ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਵਾਂ ਅੱਖਾਂ ਬਿਰਥਾ ਜੀ ਕੀ ਗੁਰ ਸੱਜਣ। ਫਿਰ ਉਹ ਦੱਸਦਾ ਅੱਗੋਂ ਗੁਰਮੁਖ ਜਨ ਕਿ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ। ਇਹ ਉਪਦੇਸ਼ ਹੈ, ਇਹ ਮੰਤਰ ਹੈ। ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ, ਭਾਉ ਜੀਓ ਇਉਂ ਪਾਵੈ ਹਰ ਦਰ ਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਇਹ ਮੰਤਰ ਕਮਾਉਣਾ ਹੈ। ਸਾਧਹ ਮੰਤਰ ਮੋਰਲੋ ਮਨੁਆ, ਆਪਣੇ ਮਨ 'ਚ ਸਾਧ ਜਨਾਂ ਦਾ ਮੰਤਰ, ਸੰਗਤ ਦਾ ਮੰਤਰ ਵਸਾ ਲਈਏ। ਤਾਤੇ ਗਤ ਹੋਏ ਤ੍ਰੈ ਗੁਣੀਆਂ, ਤ੍ਰੈ ਗੁਣਾ ਤੋਂ ਖਹਿੜਾ ਛੁੱਟ ਜਾਏਗਾ। ਕਦੀ ਮਨ ਕਿਹੜੇ ਪਾਸੇ ਤੁਰਦਾ ਹੈ, ਕਦੀ ਮਨ ਕਿਹੜੇ ਪਾਸੇ, ਇਹ ਸੱਚੀ ਮੁੱਚੀ ਹਟ ਜਾਏਗਾ। ਸਿਰਫ ਔਰ ਸਿਰਫ ਜਿਸ ਤਰ੍ਹਾਂ ਸੰਗਤ 'ਚ ਮਨ ਇੱਕ ਰੂਪ ਜੁੜਦਾ ਹੈ, ਉਸ ਤਰ੍ਹਾਂ ਸਾਰੇ ਵੇਲੇ ਅਨ ਦਿਨ ਇਹ ਮਨ ਜੁੜਨਾ ਸ਼ੁਰੂ ਹੁੰਦਾ ਹੈ ਜੀ। ਭਗਤ ਹੈ ਦਰਸ ਦੇਖ ਨੈਣ ਰੰਗਾ, ਲੋਭ ਮੋਹ ਟੂਟੇ ਭ੍ਰਮ ਸੰਗਾ। ਭਗਤ ਜਨਾਂ ਦੇ ਦੀਦਾਰ ਕੀਤਿਆਂ ਨੈਣ ਦੇ ਅੰਦਰ ਬੰਦਗੀ ਦੇ ਰੰਗ ਚੜ੍ਹਦੇ ਨੇ। ਦੁਨੀਆ ਦੇ ਰੰਗ ਤਮਾਸ਼ਿਆਂ ਦੇ ਦੀਦਾਰ ਕੀਤਿਆਂ ਵਿਕਾਰਾਂ ਦੇ ਰੰਗ ਅੱਖਾਂ 'ਚ ਚੜ੍ਹਨਗੇ। ਉਹ ਅੱਖਾਂ ਭਾਵੇਂ ਬੰਦ ਵੀ ਕਰ ਲਓ ਤੁਸੀਂ ਘੜੀ ਪਲ, ਉਹ ਵਿਕਾਰ ਅੰਦਰ ਵਸੇ ਰਹਿਣਗੇ। ਅਸੀਂ ਕਹੀਏ ਚਲੋ ਜੀ ਅੱਖਾਂ ਦੇ ਨਾਲ ਦੁਨੀਆ ਦੇ ਵਿਕਾਰ ਨਹੀਂ ਵੇਖਣੇ, ਅੱਖਾਂ ਮੂੰਦ ਲੈਂਦੇ ਆ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਵਿਕਾਰਾਂ ਵਾਲੀ ਅੱਖਾਂ ਵੇਖ ਕੇ ਮੂੰਦ ਲੈਣੀ, ਅੰਦਰੋਂ ਦੁਗਣੇ ਵਿਕਾਰ ਹੋਰ ਚੱਲਣਗੇ, ਉਹਨੂੰ ਕਿੱਥੋਂ ਮੂੰਦ ਲੋਗੇ ਫਿਰ। ਪਰ ਸੰਗਤ ਦੇ ਕੀਤੇ ਹੋਏ ਦੀਦਾਰ ਜਿਹੜੇ ਇੱਥੇ ਰੰਗ ਚੜ੍ਹਦੇ ਨੇ, ਇੱਥੇ ਭਾਵੇਂ ਅੱਖਾਂ ਖੁੱਲੀਆਂ ਵੀ ਆਨੰਦ, ਤੇ ਇੱਥੇ ਜਾ ਕੇ ਫਿਰ ਬੰਦਗੀ ਬਾਤ 'ਚ ਕੋਈ ਅੱਖਾਂ ਵੀ ਮੂੰਦੇ, ਫਿਰ ਉਹ ਵਿਕਾਰ ਨਹੀਂ ਹੁੰਦੇ, ਫਿਰ ਉਹ ਨਿਰੰਕਾਰ ਦੀ ਯਾਦ ਦੇ ਰੰਗ ਹੁੰਦੇ ਆ। ਇਹ ਭੇਦ ਹੈ ਸੰਗਤ ਦੇ ਵਿੱਚ ਦੇਖਣ ਦਾ, ਸੰਗਤ ਦੀ ਤਫੈਲਿਸ਼ੀਅਤ, ਸੰਗਤ ਦੀ ਸੰਗਮ ਦਾ। ਮਹਾਰਾਜ ਕਹਿੰਦੇ ਭਗਤ ਹੈ ਦਰਸ਼ਨ ਦੇਖ ਨੈਣ ਰੰਗਾ, ਅੱਖਾਂ ਖੋਲ ਕੇ ਵੀ ਦਰਸ ਵਿਕਾਰਾਂ ਵਾਲੇ ਨਹੀਂ। ਸੰਤ ਹੈ ਚਰਨ ਹਮਾਰੋ ਮਾਥਾ, ਇਹ ਵਾਲੇ। ਤੇ ਫਿਰ ਅੱਖਾਂ ਬੰਦ ਕੀਤਿਆਂ ਵੀ ਪ੍ਰਭੂ ਦੇ ਦੀਦਾਰ ਦੇ ਰੰਗ ਹੀ ਹੋਣਗੇ। ਫਿਰ ਲੋਭ ਮੋਹ ਟੂਟੇ ਭ੍ਰਮ ਸੰਗਾ, ਸਾਰੇ ਲੋਭ ਮੋਹ ਭ੍ਰਮ ਸਭ ਖਤਮ ਹੋਣਗੇ ਜੀ। ਕਹੋ ਨਾਨਕ ਸੁਖ ਸਹਿਜ ਆਨੰਦਾ, ਖੋਲ ਪੀਤ ਮਿਲੇ ਪਰਮਾਨੰਦਾ। ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਤ ਨੂੰ ਆਖਿਆ ਕਿਵੇਂ ਮਿਲੇਗਾ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹੀ ਵਿਕਾਰਾਂ ਦਾ ਪਰਦਾ ਹਟੇਗਾ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ ਹੁਕਮ
ਰਜ਼ਾਈ ਚੱਲਣਾ। ਇਹ ਕੂੜ ਦੀ ਪਾਲ ਹੁਕਮ ਰਜ਼ਾ ਸੰਗਤ ਦੇ ਵਿੱਚ ਆ ਕੇ ਸਿੱਖੀ ਜਾਂਦੀ ਹੈ। ਕਹੋ ਨਾਨਕ ਸੁਖ ਸਹਿਜ ਆਨੰਦਾ, ਸੁਖ ਵਸਿਆ ਸਹਿਜ ਆਇਆ ਜੀਵਨ 'ਚ, ਆਨੰਦ ਦੀ ਸੋਝੀ ਮਿਲੀ। ਹਜੇ ਤੇ ਆਨੰਦ ਦਾ ਐੜਾ ਪਤਾ ਲੱਗ ਜੇ ਕੀ ਹੁੰਦਾ ਹੈ, ਇਹ ਵੀ ਮਹਾਰਾਜ ਕਿਰਪਾ ਕਰਨ ਸਾਡੇ ਤੇ। ਮੈਂ ਸਿਰਫ ਆਪਣੀ ਗੱਲ ਕਰਦਾ ਕਿ ਸੱਚੇ ਪਾਤਸ਼ਾਹ ਮਿਹਰ ਕਰਨ। ਕਹਿਣ ਨੂੰ ਅਸੀਂ ਕਹਿ ਦਿੰਦੇ ਆਨੰਦ ਗੁਰੂ ਤੇ ਜਾਣਿਆ, ਪਰ ਹਜੇ ਨਹੀਂ ਜਾਣਿਆ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਖੋਲ ਭੀਤ ਆ ਜਿਹੜੀ ਕੰਧ ਹੈ ਨਾ ਮੇਰੇ ਤੇ ਤੁਹਾਡੇ ਵਿਚਕਾਰ, ਜਿਹੜੀ ਹਜੇ ਹਉਮੈ ਦੀ ਵਿਕਾਰਾਂ ਦੀ, ਇਹਨੂੰ ਖਤਮ ਕਰੋ, ਇਹਨੂੰ ਬਿਲਕੁਲ ਮੇਟ ਦੋ। ਖੋਲ ਭੀਤ ਮਿਲੇ ਪਰਮਾਨੰਦਾ, ਪਰਮ ਆਨੰਦ ਪ੍ਰਭੂ ਦੀ ਪ੍ਰਾਪਤੀ ਹੀ ਆਨੰਦ ਦਾ ਸੋਮ ਹੈ। ਜਿੰਨਾ ਚਿਰ ਤੱਕ ਉਹ ਨਹੀਂ ਮਿਲਦਾ ਵਾਹਿਗੁਰੂ, ਉਹਨਾਂ ਚਿਰ ਤੱਕ ਆਨੰਦ ਨਹੀਂ ਹੈ। ਇਹੀ ਗੁਰੂ ਅਰਜੁਨ ਸਾਹਿਬ ਕਹਿੰਦੇ, ਇਸ ਕਰਕੇ ਭੇਤ ਹੈ ਜੀ। ਸਾਰੰਗ ਮਹਿਲਾ ਪੰਜਵਾ, ਘਰ ਦੂਜਾ ਜਪੋ ਜੀ। ਇੱਕ ਓੰਕਾਰ, ਸਤਿਗੁਰ ਪ੍ਰਸਾਦ। ਕੈਸੇ ਕਹੂੰ ਮੋਹਿ ਜੀ ਬੇਦ ਨਾਈ, ਦਰਸ਼ਨ ਪਿਆਸ ਪ੍ਰੈ ਪ੍ਰੀਤ ਮਨੋਹਰ। ਮਨ ਨਾ ਰਹੈ ਬਹੁ ਬਿਦ ਉਮਕਾਈ, ਰਹਾਉ। ਮਨ ਕੀ ਬੇਦਨ ਮਨ ਹੀ ਜਾਣੈ। ਕਹਿੰਦੇ ਇਹ ਤੇ ਮੈਂ ਹੀ ਜਾਣ ਸਕਦਾ। ਕਹਿੰਦੇ ਕੌਣ ਜਾਣ ਸਕਦਾ ਹੈ? ਕੋਈ ਨਹੀਂ ਜਾਣ ਸਕਦਾ। ਇਹ ਤੇ ਪੀਰ ਪਰਈਆ ਨਹੀਂ ਜਾਣੀ ਜਾ ਸਕਦੀ, ਔਰ ਕੋਈ ਨਹੀਂ ਜਾਣ ਸਕਦਾ। ਜੇ ਕੋਈ ਕਿ ਮੇਰੇ ਮਨ ਦੀ ਵੇਦਨ ਕੋਈ ਹੋਰ ਜਾਣ ਲੇ, ਹਾਂ ਬਾਹਰ ਦੀ ਦਰਦ ਮਹਿਸੂਸ ਕੀਤੀ ਜਾ ਸਕਦੀ ਕਿ ਹਾਂ ਸਾਡੇ ਸਰੀਰ 'ਚ ਦਰਦ ਹੈ, ਦੂਸਰਾ ਕਹਿ ਦੇਗਾ ਕਿ ਹਾਂ ਮੈਂ ਸਮਝ ਸਕਦਾ। ਜੇ ਅੰਦਰ ਦੀ ਹੋਰ ਭਾਵਨਾਵਾਂ ਨੂੰ ਕਿ ਮੈਨੂੰ ਇਉਂ ਪ੍ਰਤੀਤ ਹੁੰਦਾ ਬੰਦਾ, ਪਰ ਰੱਬ ਦੇ ਅੰਦਰ ਦੇ ਜਿਹੜੇ ਪ੍ਰੇਮ ਰੂਪੀ, ਉਹਦੀ ਖਿੱਚ ਰੂਪੀ, ਉਹਦੇ ਮਿਲਾਪ ਰੂਪੀ ਜਿਹੜੀ ਅੰਦਰ ਦੀ ਭਾਵਨਾ ਹੈ, ਇਹ ਉਹੀ ਜਾਣ ਸਕਦਾ ਜਿਹਨੂੰ ਲੱਗੀ ਹੈ। ਨਹੀਂ ਤੇ ਹੋਰ ਕੋਈ ਨਹੀਂ ਜਾਣ ਸਕਦਾ, ਹੋਰ ਕੋਈ ਨਹੀਂ ਜਾਣ ਸਕਦਾ। ਕੈਸੇ ਕਹੂੰ ਮੋਹਿ ਜੀ ਬੇਦਨਾਈ, ਘਰ ਦੂਜਾ ਹੈ ਸਿਰਲੇਖ। ਇਸ ਕਰਕੇ ਉੱਥੇ 14 ਸ਼ਬਦ ਸੰਪੂਰਨ ਹੋਏ। ਹੁਣ ਸਾਰੰਗ ਮਹੱਲਾ ਪੰਜਵਾਂ, ਘਰ ਦੂਜਾ, ਇੱਕ ਓੰਕਾਰ, ਸਤਿਗੁਰ ਪ੍ਰਸਾਦ। ਕੈਸੇ ਕਹੂੰ ਮੋਹਿ, ਮੋਹ ਨਹੀਂ ਪੜਨਾ ਇੱਥੇ, ਮੋਹਿ ਮੇਰੀ, ਮੋਹਿ ਜੀ ਬੇਦਨਾਈ, ਮੇਰੀ ਬੇਦਨ ਮੈਂ ਕਿਹਨੂੰ ਦੱਸਾਂ। ਦਰਸ਼ਨ ਪਿਆਸ ਪ੍ਰੈ ਪ੍ਰੀਤ ਮਨੋਹਰ, ਮਨ ਨਾ ਰਹਿ ਬਹੁ ਬਿਦ ਉਮਕਾਈ। ਉਮ ਕਿਉ ਹੀ ਉਹ ਮਿਲਨ ਪ੍ਰਭ ਤਾਈ, ਮੇਰੇ ਮਨ ਦੇ ਅੰਦਰ ਪ੍ਰਭੂ ਦੇ ਦੀਦਾਰ ਦੀ ਚਾਉ ਪੈਦਾ ਹੋਇਆ ਹੈ, ਉਹਦੇ ਦਰਸ਼ਨਾਂ ਦੀ ਪਿਆਸ ਹੈ, ਉਸ ਮਨੋਹਰ ਦੀ, ਮਨ ਨੂੰ ਚੰਗੇ, ਮਨ ਨੂੰ ਹਰਨ ਵਾਲੇ, ਜਿਹਨੇ ਮਨ ਬਿਲਕੁਲ ਖੋਲਿਆ। ਹੁਣ ਮੇਰਾ ਮਨ ਉਹਦੇ ਵਿੱਚ ਹੈ, ਉਹਦੇ ਸਿਮਰਨ 'ਚ ਹੈ। ਮੈਂ ਕਿਵੇਂ ਦੱਸਾਂ ਆਪਣੇ ਮਨ ਦੇ ਅੰਦਰ ਜਿਸ ਤਰ੍ਹਾਂ ਦੇ ਚਾਉ ਪੈਦਾ ਹੁੰਦੇ ਹੈ, ਇਹ ਬਿਆਨ ਨਹੀਂ ਕੀਤੇ ਜਾ ਸਕਦੇ। ਰਹਾਉ। ਚਿਤਵਨ ਚਿਤਵੋਂ ਪ੍ਰੈ ਪ੍ਰੀਤ ਬੈਰਾਗੀ, ਕਦ ਪਾਵੋ ਹਰ ਦਰਸਾਈ। ਜਤਨ ਕਰੂੰ ਇਹ ਮਨ ਨਹੀਂ ਧੀਰੈ, ਕੋ ਹੈ ਰੇ ਸੰਤ ਮਿਲਾਈ। ਚਿਤਵਨ ਚਿਤਵੋਂ ਪ੍ਰੈ ਪ੍ਰੀਤ ਬੈਰਾਗੀ, ਮੇਰੇ ਅੰਦਰ ਚਿੰਤਨ ਪੈਦਾ ਹੋ ਗਿਆ। ਚਿੰਤਾ ਖਤਮ ਹੋ ਗਈ। ਹੁਣ ਨਾ ਕਿਸੇ ਦੇ ਬੁਰਾਈ ਦੇ, ਨਾ ਨਿੰਦਾ ਦੇ, ਨਾ ਚੁਗਲੀ, ਨਾ ਦੁਐਸ਼, ਨਾ ਊਚ ਨੀਚ, ਨਾ ਕਿਸੇ ਦੀ ਬਦਲੇ ਦੀ ਭਾਵਨਾ ਦਾ ਫੁਰਨਾ। ਹੁਣ ਜੇ ਅੰਦਰ ਚਿੰਤਨ ਹੈ ਤੇ ਪ੍ਰਭੂ ਦਾ ਮਿਲਾਪ ਕਿਵੇਂ ਹੋਏ। ਬਸ ਚਿਤਵਨ ਚਿਤਵੋਂ ਪ੍ਰੈ ਪ੍ਰੀਤ ਬੈਰਾਗੀ, ਵਿਰਾਗ ਭਾਵ ਮੈਂ ਇਹਨਾਂ ਤੋਂ ਉੱਚੀ ਉੱਠ ਗਈਆਂ, ਵਿਰਾਗ ਹੋ ਗਈਆਂ, ਭਾਵ ਮੈਂ ਹੁਣ ਨਿੰਦਾ ਚੁਗਲੀ ਦੇ ਵਿੱਚ ਨਹੀਂ ਆ, ਮੇਰਾ ਮਨ ਵਿਰਾਗਿਆ ਗਿਆ। ਕਦ ਪਾਵੋਂ ਹਰ ਦਰਸਾਈ, ਕਿਵੇਂ ਦਰਸ਼ਨ ਪ੍ਰਾਪਤ ਹੋਣ। ਯਤਨ ਕਰੋ ਇਹ ਮਨ ਨਹੀਂ ਧੀਰੈ, ਮੈਂ ਬਹੁਤ ਯਤਨ ਕਰ ਰਹੀ ਹਾਂ, ਪਰ ਮਨ ਹੁਣ ਹੋਰ ਕਿਸੇ ਰੰਗਾਂ ਦੇ ਵਿੱਚ ਨਹੀਂ ਆ ਕੇ ਧੀਰਜ ਨਹੀਂ ਪਾਉਂਦਾ। ਕਉ ਹੈ ਰੇ ਸੰਤ ਮਿਲਾਈ, ਹੈ ਕੋਈ ਐਸੋ ਹਮਰਾ ਮੀਤ। ਸਗਲ ਸਮਗਰੀ ਜੀਓ ਹੀ ਯੋ ਦਿਓ, ਅਰਪੋ ਆਪਣੋ ਚੀਤ। ਮੈਂ ਆਪਣਾ ਸਭ ਕੁਝ ਚਿੱਤ ਵੀ ਦੇਣ ਨੂੰ ਹਾਜ਼ਰ ਹਾਂ। ਕੋਈ ਸੰਤ, ਕੋਈ ਐਸਾ ਪ੍ਰਭੂ ਦਾ ਪਿਆਰਾ ਮਿਲੇ ਜਿਹੜਾ ਮੇਰੇ ਅੰਦਰ ਦੀ ਬੇਦਨ ਨੂੰ ਜਾਣੇ ਤੇ ਮੇਰੇ ਅੰਦਰ ਦੇ ਧੀਰਜ ਨੂੰ ਰੱਬ ਦੀ ਬੰਦਗੀ, ਰੱਬ ਦੀ ਪ੍ਰਾਪਤੀ ਰਾਹੀਂ ਹਾਸਲ ਕਰਾਏ ਜੀ। ਜਪ ਤਪ ਸੰਜਮ ਪੁੰਨ ਸਭ ਹੁਮਾਓ, ਇਸ ਅਰਪੋਂ ਸਭ ਸੁਖ ਜਾਈ। ਏਕ ਨਿਮਕ ਪ੍ਰੈ ਦਰਸ ਦਿਖਾਵੇ, ਇਸ ਸੰਤਨ ਕੈ ਬਲ ਜਾਈ। ਅਭਿਆਸ ਹੈ ਨਾ, ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ, ਕਿ ਤੁਸੀਂ ਮਿਲੋ ਮੈਨੂੰ, ਬਸ ਮਿਲ ਪਾਓ। ਮੇਰੇ ਅੰਦਰ ਦਰਸ਼ਨ ਪਿਆਸੀ, ਦਿਨ ਰਾਤ ਚਿਤਵੋ ਅੰਦਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਮੇਰਾ ਮੀਤ ਮਿਲੇ ਮੈਨੂੰ। ਜਪ ਤਪ ਸੰਜਮ ਪੁੰਨ ਸਭ ਹੋਮੋ, ਹੋਮੋ ਕਹਿੰਦੇ ਬਾਰ ਬਾਰ, ਵੈਸੇ ਹੋਮੋ
ਕਈ ਅਰਥਾਂ 'ਚ। ਹੋਮ ਜਗ ਲਈ ਵੀ ਆਇਆ, ਹੋਮੋ ਅਰਪਣ ਕਰਨ ਵਾਸਤੇ ਵੀ ਆਇਆ। ਇੱਥੇ ਅਰਪਣ ਵੀ ਹੈ ਅਰਥ, ਇੱਥੇ ਹੋਮੋ ਬਾਰ-ਬਾਰ। ਮੈਂ ਮੁੜ ਕੇ ਜਪ ਤਪ ਸੰਜਮ ਪੁੰਨ, ਮੈਂ ਸਭ ਕੁਛ ਇਹਦੇ ਬਦਲੇ ਦੇਣ ਨੂੰ ਤਿਆਰ ਹਾਂ। ਮੈਂ ਜਿੰਨੇ ਜਪ ਕੀਤੇ, ਮੈਂ ਜਿੰਨੀ ਬੰਦਗੀ ਕੀਤੀ, ਜਿੰਨੀ ਇਬਾਦਤ। ਅੱਛਾ, ਹੁਣ ਬੰਦਗੀ ਇਬਾਦਤ ਦੀ ਬਰਾਬਰਤਾ ਦੇਖੋ ਬਾਬਾ ਸ਼ੇਖ ਫਰੀਦ ਦੀ ਕਮਾਲ ਦੀ ਸਾਖੀ ਹੈ। ਹੁਣ ਇੱਕ ਦਿਨ ਕੁਤੁਬਉਦੀਨ ਬਖਤਿਆਰ ਕਾਕੀ ਦੇ ਢਿੱਡ 'ਚ ਸੂਲ ਉੱਠਿਆ, ਢਿੱਡ ਦੇ ਪੀੜ ਉੱਠੀ। ਹੁਣ ਕਈ ਤੇ ਵੈਸੇ ਸਾਖੀ ਨੂੰ ਬਾਬਾ ਸ਼ੇਖ ਫਰੀਦ ਨਾਲ ਵੀ ਜੋੜਦੇ ਨੇ, ਉਹਦੇ ਵਿੱਚ ਹੀ ਹੈ ਫਾਇਦੁਲ ਫਿਆਦ, ਦਿਲਾਂ ਦੀ ਰਾਹਤ। ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ, ਕਹਿੰਦੇ ਉਹਨਾਂ ਨੂੰ ਢਿੱਡ ਦਾ ਕੋਈ ਰੋਗ ਲੱਗਿਆ। ਉਹਨਾਂ ਨੇ ਹਜ਼ਰਤ ਨਿਜ਼ਾਮੁਦੀਨ ਨੂੰ ਕਿਹਾ ਕਿ ਅੱਜ ਸਾਰੀ ਰਾਤ ਜਾ ਕੇ ਤੁਸੀਂ ਉਹ ਫਲਾਣੇ ਕੋਠੇ ਚਲੇ ਜਾਓ, ਉੱਥੇ ਜਾ ਕੇ ਬੈਠ ਕੇ ਤੁਸੀਂ ਸਾਰੀ ਰਾਤ ਅੱਜ ਇਬਾਦਤ 'ਚ ਜੁੜੋ ਤੇ ਦੁਆ ਕਰੋ ਕਿ ਦੁਆ ਕਰੋ। ਹੁਣ ਇਹ ਨਹੀਂ ਕਿਹਾ ਕੀ ਦੁਆ ਕਰੋ, ਸਮਝ ਗਏ ਕਿ ਸਿਹਤਯਾਬੀ ਹੋਏ, ਸਿਹਤ ਠੀਕ ਹੋਏ। ਉਹ ਖਾਣ ਪੀਣ ਦਾ ਸਮਾਨ ਲੈ ਕੇ ਛੱਤਿਆ ਪਿਆ ਸੀ, ਉਹ ਥਾਂ ਛੱਤ ਤੇ ਉੱਤੇ ਚੜ੍ਹ ਕੇ ਖਾ ਪੀ ਲਿਆ। ਹਜ਼ਰਤ ਨਿਜ਼ਾਮੁਦੀਨ ਸੀ, ਨਾਲ ਇੱਕ ਹਜ਼ਰਤ ਬੁਖਾਰੀ ਸੀ ਜਿਹੜੇ ਉਹਨਾਂ ਦਾ ਮਿੱਤਰ ਸੀ, ਜਿਹੜਾ ਜ਼ਿਕਰ ਕਰਦੇ। ਉਹ ਕਹਿੰਦੇ ਅਸੀਂ ਸਾਰੀ ਰਾਤ ਨਮਾਜ਼ ਦੇ ਵਿੱਚ ਜੁੜੇ ਰਹੇ, ਸਾਰੀ ਰਾਤ ਅਸੀਂ ਇਬਾਦਤ ਕੀਤੀ, ਖੁਦਾ ਕੀਤਾ, ਜਿੰਨਾ ਅਸੀਂ ਕਰ ਸਕਦੇ ਸੀ, 1 ਮਿੰਟ ਨਹੀਂ ਸੁੱਤੇ। ਸਵੇਰ ਭਲਕੇ ਹੋਈ, ਅਸੀਂ ਬਾਬਾ ਫਰੀਦ ਜੀ ਨੂੰ ਮਿਲਣ ਗਏ ਕਿ ਉਹ ਦਰੁਸਤ ਨੇ, ਸਿਹਤ ਹੈ, ਕਿਵੇਂ ਹੈ। ਇਹਦੇ ਉਹਨਾਂ ਕੋਲ ਗਏ, ਅਸੀਂ ਉਹਨਾਂ ਨੂੰ ਸਿਜਦਾ ਕੀਤਾ। ਅਸੀਂ ਕੁਝ ਬੋਲਣ ਲੱਗੇ ਸੀ ਤੇ ਬੋਲਦਿਆਂ ਹੀ ਮੇਰੇ ਮਿੱਤਰ ਨੇ ਕਿਹਾ ਕਿ ਫਰੀਦ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਅਸੀਂ ਉਵੇਂ ਕੀਤਾ। ਉਹ ਕਹਿੰਦੇ ਕੀ ਫਾਇਦਾ ਹੋਇਆ ਤੁਹਾਡੇ ਕਰਨ ਦਾ? ਕਹਿੰਦੇ ਮੇਰਾ ਤੇ ਸੂਲ ਦੂਰ ਹੀ ਨਹੀਂ ਹੋਇਆ, ਦਰਦ ਦੂਰ ਹੀ ਨਹੀਂ ਹੋਇਆ। ਕਹਿੰਦੇ ਕੋਈ ਫਰਕ ਨਹੀਂ ਪਿਆ ਤੁਹਾਡੀ ਪੜੀਆਂ ਨਮਾਜ਼ਾਂ ਦਾ, ਤੁਹਾਡੀ ਇਬਾਦਤ ਦਾ, ਜਾਓ ਚਲੇ ਜਾਓ, ਕੋਈ ਫਰਕ। ਤੇ ਹਜ਼ਰਤ ਨਿਜ਼ਾਮੁਦੀਨ ਕਹਿੰਦੇ ਮੈਂ ਬੋਲਣ ਲੱਗਿਆ, ਇਹਨੇ ਨੂੰ ਮੇਰਾ ਮਿੱਤਰ ਕਹਿੰਦੇ ਬਾਬਾ ਸਾਹਿਬ ਤੁਸੀਂ ਪੂਰੇ ਹੋ ਤੇ ਅਸੀਂ ਅਧੂਰੇ ਹਾਂ। ਬੜੀ ਕਮਾਲ ਦੀ ਗੱਲ ਕੀਤੀ। ਅਸੀਂ ਅਪੂਰਨ ਆ ਤੇ ਤੁਸੀਂ ਸੰਪੂਰਨ ਹੋ। ਇਹ ਦੱਸੋ, ਇਹ ਕੋਈ ਖੁਦਾ ਦਾ ਨਿਆਓ ਹੈ ਕਿ ਅਪੂਰਨ ਦੀ ਕੀਤੀ ਹੋਈ ਦੁਆ ਸੰਪੂਰਨ ਨੂੰ ਕਿਵੇਂ ਲੱਗ ਸਕਦੀ ਹੈ? ਬੜੀ ਵੱਡੀ ਗੱਲ ਕੀਤੀ ਹੈ। ਇੱਥੇ ਜੇ ਅਸੀਂ ਕਹੀਏ ਕਿ ਅਸੀਂ ਇੰਨਾ ਮਾਣ, ਇੰਨਾ ਬੰਦਗੀ, ਇੰਨੀ ਸੰਗਤ, ਇੰਨਾ ਕੀਰਤਨ, ਇੰਨੀ ਕਥਾ, ਇੰਨਾ ਕੁਝ ਕੀਤਾ, ਦੂਸਰੇ ਨੇ ਕੀ ਕੀਤਾ? ਉਹਨੇ ਕੀ ਕੀਤਾ? ਮਹਾਰਾਜ ਕਹਿੰਦੇ ਕੁਛ ਨਹੀਂ ਜਾਣਦੇ। ਹੋ ਸਕਦਾ ਅਸੀਂ ਸੰਪੂਰਨ ਹੋਈਏ ਤੇ ਉਹ ਸੰਪੂਰਨ ਹੋਏ ਅਗਲਾ। ਇਹ ਬੰਦਗੀ ਦਾ ਭੇਦ ਕੋਈ ਨਹੀਂ ਜਾਣ ਸਕਦਾ। ਇਸ ਕਰਕੇ ਮਾਣ ਨਹੀਂ ਕਰਨਾ ਕਿ ਮੇਰਾ ਜਪ ਤਾਂ ਵੱਡਾ, ਮੈਂ ਸਭ ਕੁਝ ਸੰਗਤ 'ਚ ਰੱਖ ਦਿੱਤਾ। ਗੁਰੂ ਅਰਜਨ ਸਾਹਿਬ ਕਹਿੰਦੇ ਸੰਗਤ 'ਚ ਆ ਕੇ ਸਾਰਾ ਜਪ ਤਪ ਬੰਦਗੀ ਪੂਜਾ ਸਭ ਕੁਝ ਬਾਰ-ਬਾਰ ਮੈਂ ਕੁਰਬਾਨ ਕਰਤਾ, ਮੈਂ ਕੀਤਾ ਹੀ ਨਹੀਂ, ਨਾ ਮੈਂ ਕਰ ਸਕਦਾ। ਨਾ ਹਮ ਕੀਆ ਨਾ ਕਰहेंगे ਨਾ ਕਰ ਸਕੈ ਸਰੀਰ, ਜਪ ਤਪ ਸੰਜਮ ਪੁੰਨ ਸਭ ਹੋਮੋ, ਕਿਉਂਕਿ ਸੰਗਤ ਸੰਪੂਰਨ ਹੈ, ਮੈਂ ਅਪੂਰਨ, ਅਧੂਰਾ ਸੰਪੂਰਨ ਨੂੰ ਕੀ ਭੇਟ ਕਰੇਗਾ? ਜਪ ਤਪ ਸੰਜਮ ਪੁੰਨ ਸਭ ਹੋਮੋ, ਮੈਂ ਬਾਰ-ਬਾਰ ਪੇਸ਼ ਕੀਤਾ। ਤਿਸ ਅਰਪੋਂ ਸਭ ਸੁਖ ਜਾਈ, ਸਭ ਸੁਖ ਜਾਈ ਦਾ ਮਤਲਬ ਸੁੱਖਾਂ ਦੀ ਪ੍ਰਾਪਤੀ ਦੇ ਵਾਸਤੇ ਮੈਂ ਸਭ ਕੁਝ ਦੇ ਦਾਂ। ਕਿਹੜਾ ਸੁਖ? ਜਿਹੜਾ ਭਗਤਾਂ ਨੇ ਮਾਣਿਆ ਦਰਸ਼ਨ ਦਾ। ਏਕ ਨਿਮਖ ਭਰਿਆ ਦਰਸ ਦਿਖਾਵੇ, ਬਸ ਇੱਕ ਖਿੰਨ ਵਾਸਤੇ ਸੰਗਤ ਜੀ ਮੈਨੂੰ ਵੀ ਦੀਦਾਰ ਦਿਖਾ ਦੋ, ਮੈਂ ਸਭ ਕੁਝ ਦੇਣ ਨੂੰ ਤਿਆਰ ਹਾਂ। ਏਕ ਨਿਮਖ ਪ੍ਰਭ ਦਰਸ ਦਿਖਾਵੇ ਤੇ ਸੰਤਨ ਕਹਿ ਬਲ ਜਾਈ, ਮੈਂ ਬਲਹਾਰ ਜਾਵਾਂਗੀ, ਮੈਂ ਸਭ ਕੁਝ ਹਾਂ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲੇ ਹੋ ਵਡਿਆਈ। ਉਹਦੀ ਵਡਿਆਈ, ਉਹਦੇ ਦੀਦਾਰ ਦਿਓ ਜੀ। ਕਰੋ ਨਿਹੋਰਾ ਬਹੁਤ ਬੇਨਤੀ, ਸੇਵੋਂ ਦਿਨ ਰਹਿ ਨਾਈ, ਮਾਨ ਅਭਿਮਾਨ ਹਉ ਸਗਲ ਤਿਆਗਉ, ਜੋ ਪ੍ਰਿਆ ਬਾਤ ਸੁਨਾਈ। ਹਾਂ, ਉਸ ਕਹਾਣੀ ਸਾਖੀ ਦੇ ਵਿੱਚ ਨਾ ਕੋਈ ਬਾਬਾ ਸ਼ੇਖ ਫਰੀਦ ਨੂੰ ਸੂਲ ਸੀ, ਨਾ ਦਰਦ ਸੀ, ਕੁਛ ਨਹੀਂ ਸੀ, ਸਿਰਫ ਇਮਤਿਹਾਨ ਸੀ ਕਿ ਕਿੱਥੇ ਬੰਦਗੀ ਕਰਨ ਵਾਲਿਆਂ ਨੂੰ ਇਹ ਹਉਮੈ ਨਾ ਹੋ ਜਾਏ ਕਿ ਅਸੀਂ ਰਾਤ ਸਾਰੀ ਬੰਦਗੀ ਕੀਤੀ ਹੈ, ਦੁਆ ਕੀਤੀ ਹੈ, ਤੁਸੀਂ ਠੀਕ ਹੋਏ ਜਾਂ ਨਹੀਂ ਹੋਏ। ਤੇ ਬਾਬਾ ਸ਼ੇਖ ਫਰੀਦ ਕਹਿੰਦੇ ਤੁਸੀਂ ਕੌਣ ਹੁੰਦੇ ਹੋ ਠੀਕ ਕਰਨ ਵਾਲੇ? ਕਿਸੇ ਨਾ ਕਿਸੇ ਨੂੰ। ਬਸ ਆ ਇੱਕ ਭੇਤ ਹੈ ਇਹਨਾਂ ਗੱਲਾਂ ਦੇ ਵਿੱਚ। ਖੈਰ, ਗੁਰੂ ਸਾਹਿਬ ਅੱਗੇ ਕਹਿੰਦੇ ਕਰੋ ਨਿਹੋਰਾ, ਤਰਲਾ। ਇੱਥੇ ਤਰਲਾ ਲੈਣ ਵਾਲਾ ਦੋ ਚੀਜ਼ਾਂ ਨਹੀਂ ਕਰ ਸਕਦਾ ਕਿ ਇੱਥੇ ਜਵਾਬ ਵੀ ਕਰੇ ਤੇ ਸਲਾਮ ਵੀ ਕਰੇ ਨਾ। ਸਲਾਮ ਜਵਾਬ ਦੋਹੇ ਕਰੇ, ਮੁੱਢੋ ਉਥਾ ਜਾਏ। ਜੇ ਤਰਲਾ ਕਰਨਾ ਤੇ ਫਿਰ ਸਭ ਕੁਝ ਸਮਰਪਿਤ ਕਰਕੇ ਫਿਰ ਕੁਛ ਨਹੀਂ ਆ ਮੈਂ। ਇਸ ਕਰਕੇ ਕਰੋ ਨਿਹੋਰਾ, ਮੈਂ ਤਰਲਾ ਕਰਨਾ ਬਹੁਤ ਬੇਨਤੀ। ਸੇਵੋ ਦਿਨ ਰਹਿ ਰਾਈ, ਦਿਨ ਰਾਤ ਮੈਂ ਇਬਾਦਤ ਦੇ ਵਿੱਚ ਜੁੜਾਂ, ਮੈਂ ਸੇਵਾ ਕਰਾਂ, ਮਾਨ ਅਵਮਾਨ ਹੋ ਸਗਲ ਤਿਆਗੋਂ, ਜੋ ਪ੍ਰਿਆ ਬਾਤ ਸੁਣਾਈ। ਬਸ
इत्थे संगत दी इक्को एक कड़ी, संगत संपूर्ण है, मैं अपूर्ण हाँ। मैं इत्थे आके संगत विच प्रिय दी बात सुनन आया, पर मैं इत्थे मान नाल नहीं आया। मैं मान अभिमान सब कुछ त्याग के आया ताकि ये बख्शिश मेरी झोली पे जी। देख चरित्र पई हों बिस्मन, गुर सत गुर पुरख मिलाई। प्रभ रंग दयाल मोहि ग्रह में पाया, जन नानक तपत बुझाई। देख चरित्र पई हों बिस्मन, जिस दिन मन दी हों मैं जिस खिन छड्डी ना, जिस खिन त्यागी, उसी खिन च एक कौतक रचता संगत दे विच गुरु ने। हजे कौतक रचिया नहीं गया क्योंकि मान अभिमान त्यागया नहीं गया। जिस दिन त्यागया गया, जे देख चरित्र भई हों बिस्मन, उस दिन मन टिक गया। बस उस दिन मेरे मन मिष्ट लगा, प्रिय बोला, बस शांति हो गई। उस दिन मन के अंदर ठरमा हो गया, बस मैं हुण दस नहीं सकती। गुर सतगुर पुरख मिलाई, बस सतगुर ने झलकारा देता। प्रभ रंग दयाल मोहे ग्रह में पाया, होर किथे जाण दी लोड़ नहीं पई, निज घर दे विच ही मैं उन्होंने प्राप्त किया। जन नानक तपत बुझाई, अंदर जलन बुझी, शीतल होए मनुआ सतगुर का दर्शन पाई। जियो संगत विच आके बख्शिश गुरु राही संगत राही होई, पर संगत दे विच मैं मान नहीं कीता, बस संगत दे विच मैं समर्पण कीता। मैं अपना आप त्यागे, अपने आप नूं अपूर्ण ते गुरु दी संगत नूं संपूर्ण समझिया। तां फिर महाराज कहंदे दुआ कबूल होई, दर्शन दी दीदार दी सच्चे पातशाह मेहर करन। ना सिर्फ असी कहण जोगे या सुनन जोगे रहिए, सच्चे पातशाह दर्शन दीदार भी बख्शण, संगत दी असीस भी बख्शण, संगत दी झाड़ू बरदारी भी बख्शण। इन एक विचारां दे नाल आप संगतां दा खिमा दे जाचक हां जी। सारियां संगतां दे शुक्रगुजार हां। धन गुरु ग्रंथ साहब जी का करोड़ां वारी शुकराना, आप संगतां दा शुकराना। भाई साहब भाई राजविंदर सिंह का धन्नवाद है जी। कल नूं होर बंगला साहब की हाजरी है, आप बख्शियो असीस। सारे ही गज वज के गुरु बख्शी फतेह सांझी करो। आखो जी वाहिगुरू जी का खालसा, वाहिगुरू जी की फतेह।